ਕਿਉਂਕਿ ਲੋਕੀ ਘਰ ਬੈਠੇ ਮੈਡੀਸਿਨਸ ਬਣਾਈ ਜਾਂਦੇ ਪਏ ਆ। ਕੋਈ ਟਿਕਟੋਕ ਤੋਂ, ਕੋਈ ਰੀਲਸ, ਇੰਸਟਾਗ੍ਰਾਮ ਤੋਂ ਆਪਣੀ ਮੈਡੀਸਨ ਦੇਖਦਾ ਕਿ ਇੱਕ ਕੋਈ ਜੜੀ ਬੂਟੀ ਦੇਤੀ, ਉਹ ਖਾਂਦਾ, ਬਾਅਦ ਚੋਂ ਪਛਤਾਉਂਦਾ। ਇਹ ਚੀਜ਼ ਜਿਹੜੀ ਆਪਾਂ ਡਿਸਕਸ ਕਰਨ ਲੱਗੇ ਆ, ਉਹ ਚਾਹੁੰਦਾ ਮੈਨੂੰ ਨਾ ਹੋਵੇ। ਇਰੈਕਟਾਈਲ ਡਿਸਫੰਕਸ਼ਨ ਯਾਨੀ ਕਿ ਮਰਦਾਨਾ ਕਮਜ਼ੋਰੀ ਮੈਨੂੰ ਨਾ ਹੋਵੇ, ਬਟ ਹੈਜ਼ ਅ ਟਾਈਮ ਉਹਨੂੰ ਆ ਜਾਂਦੀ ਆ ਜੀ। ਬਟ ਉਹ ਕਿਸੇ ਨਾਲ ਗੱਲ ਨਹੀਂ ਕਰਦਾ, ਬਟ ਉਹ ਚਾਹੁੰਦਾ ਕਿ ਹੋਵੇ ਵੀ ਨਾ। ਜੇ ਆਪਾਂ ਚਾਹੁੰਦੇ ਆ ਕਿ ਹੋਵੇ ਵੀ ਨਾ ਤੇ ਆਪਾਂ ਗੱਲ ਵੀ ਨਾ ਕਰੀਏ ਤਾਂ ਕਿੱਦਾਂ ਠੀਕ ਹੋਏਗੀ? ਆਹ ਦੋ ਚੀਜ਼ਾਂ ਨਾਲ ਹੀ ਉਹਨੇ ਸਹੀ ਹੋ ਜਾਣਾ। ਉਹਨੂੰ ਲੋੜ ਹੀ ਨਹੀਂ ਕੋਈ ਮਹਿੰਗੀਆਂ ਦਵਾਈਆਂ ਖਾਣ ਦੀ, ਉਹਨੂੰ ਲੋੜ ਨਹੀਂ ਸੋਨਾ ਭਸਮ ਖਾਣ ਦੀ, ਉਹਨੂੰ ਲੋੜ ਨਹੀਂ ਹੀਰਾ ਭਸਮ ਖਾਣ ਦੀ। ਜਿੰਨੀ ਕੁ ਪ੍ਰੋਬਲਮ ਆ ਉਨੀ ਕੀ ਮੈਡੀਸਨ ਦੇਣੀ। ਆਪਾਂ ਕਿਉਂ ਪੇਸ਼ੈਂਟ ਨੂੰ ਵਹਿਮ ਚ ਪਾਣਾ ਕਿ ਤੁਹਾਨੂੰ ਆ ਇਹਦੀ ਲੋੜ ਆ, ਇਹਦੀ ਲੋੜ ਆ, ਇਹਦੀ ਲੋੜ ਆ। ਮੇਰੇ ਕੋਲ ਲੱਖਾਂ ਰੁਪਈਆ ਲੋਕੀ ਖਰਾਬ ਕਰਕੇ ਆਉਂਦੇ ਆ। ਮੈਂ ਉਹਨਾਂ ਨੂੰ ਇੱਕੇ ਗੱਲ ਕਹਿਣਾ ਕਿ ਆਪਣੇ ਟੈਸਟ ਕਰਵਾਓ, ਆਪਣਾ ਡਾਇਗਨੋਸ ਕਰਾਓ, ਫਿਰ ਮੈਡੀਸਨ ਲਓ। ਜੋ ਸਾਰਾ ਕੁਝ ਦੱਸਣ ਮੈਂ ਉਸ ਹਿਸਾਬ ਨਾਲ ਉਹਨਾਂ ਨੂੰ ਦੱਸੂਗਾ ਕੀ ਕਰਨਾ ਪਏਗਾ। ਇਹੀ ਚੱਲਦੀ ਆ ਕਿ ਫੋਰਨ ਦੇ ਵਿੱਚ ਵੀ ਅੱਜ ਕੱਲ ਸੋਸ਼ਲ ਹੋ ਗਿਆ ਸਾਰਾ ਕੁਝ, ਤੇ ਸੋਸ਼ਲ ਪੈਟਰਨਸ ਆਪਣੇ ਕੋਲ ਕਾਫੀ ਹੈਗੇ ਆ। ਤੁਸੀਂ WhatsApp ਤੇ ਮੇਰੇ ਨਾਲ ਗੱਲ ਕਰ ਸਕਦੇ ਹੋ, ਵੀਡੀਓ ਕਾਲ ਤੇ ਮੈਨੂੰ ਦੱਸ ਸਕਦੇ ਹੋ। ਤੇ ਸਾਡੀ ਜਿਹੜੀ ਮੈਡੀਸਨ ਆ ਆਯੁਰਵੈਦਿਕ ਮੈਡੀਸਨ ਆ, ਪ੍ਰੋਪਰ ਮੈਂ BMS ਡਾਕਟਰ ਆ, ਸਾਡੇ ਕੋਲ ਪ੍ਰੋਪਰ ਡਿਗਰੀ ਹੈਗੀ ਆ। ਸਾਰੀ ਅਸੀਂ ਬਿਲਿੰਗ ਵਗੈਰਾ ਲਗਾ ਕੇ ਮੈਡੀਸਨ ਫੋਰਨ ਕੰਟਰੀਜ਼ ਦੇ ਵਿੱਚ ਭੇਜੀ ਆ। ਤੁਸੀਂ ਚਾਹੇ ਜਿਹੜੀ ਮਰਜ਼ੀ ਕੰਟਰੀ ਬੈਠੇ ਹੋ, USA, ਕੈਨੇਡਾ, ਆਸਟ੍ਰੇਲੀਆ, ਯੂਰਪ ਦੇ ਜਿੱਥੇ ਮਰਜ਼ੀ ਖੁੰਝੇ ਬੈਠੇ ਹੋ, ਅਸੀਂ ਉੱਥੇ ਮੈਡੀਸਨ ਤੁਹਾਨੂੰ ਪਹੁੰਚਦੀ ਕਰ ਸਕਦੇ। ਮੈਂ ਸਰ ਤੁਹਾਡਾ ਐਜ਼ ਅ ਫਰੈਂਡਲੀ ਇੱਕ ਟ੍ਰੀਟਮੈਂਟ ਕਰ ਰਿਹਾ। ਕਾਉਂਸਲਿੰਗ ਦੇ ਜ਼ਰੀਏ ਆਪਾਂ ਤੁਹਾਨੂੰ ਠੀਕ ਕਰਨਾ। ਮੈਡੀਸਨ ਦੀ ਲੋੜ ਆ, ਮੈਡੀਸਨ ਵੀ ਦੇਣੀ। ਲੋੜ ਪਊਗੀ ਤੁਹਾਨੂੰ ਇੰਜੈਕਸ਼ਨਸ ਦੀ, ਤੇ ਉਹ ਵੀ ਦੱਸਾਂਗੇ। ਮਤਲਬ ਕਿ ਐਜ਼ ਅ ਫਰੈਂਡਲੀ ਤੁਸੀਂ ਮੇਰੇ ਨਾਲ ਗੱਲ ਕਰੋ, ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕੀ ਕਰਨਾ। ਹੀਰਾ ਭਸਮ ਵੀ ਯੂਜ਼ ਹੁੰਦਾ ਆ। ਸ਼ਿਲਾਜੀਤ ਬਹੁਤ ਅੱਛੀ ਕੁਆਲਿਟੀ ਦੀ ਅਸੀਂ ਯੂਜ਼ ਕਰਦੇ ਆ, ਜਿਹੜਾ ਕਿ ਇੱਕ ਸ਼ਿਲਾਜੀਤ ਰਸਾਇਣ ਆ, ਅਸੀਂ ਡੇਲੀ ਵੀ ਯੂਜ਼ ਕਰ ਸਕਦੇ ਆ। ਜਿਹੜੇ ਪੇਸ਼ੈਂਟ ਦੇ ਵਿੱਚ ਬਹੁਤ ਜ਼ਿਆਦੀਆਂ ਦਰਦਾਂ ਰਹਿੰਦੀਆਂ, ਕਮਜ਼ੋਰੀ ਫੀਲ ਕਰਦਾ, ਉਹ ਸ਼ਿਲਾਜੀਤ ਨੂੰ ਡੇਲੀ ਵੀ ਯੂਜ਼ ਕਰ ਸਕਦਾ ਹੈ। ਸ਼ਿਲਾਜੀਤ ਨੂੰ ਅਸ਼ਵਗੰਧਾ ਦੇ ਨਾਲ ਯੂਜ਼ ਕਰ ਲਵੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਹੈਲਥ ਟਾਕ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਇਸ ਦੇ ਵਿੱਚ ਅਸੀਂ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ, ਔਰ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਕਾਫੀ ਇੰਟਰਸਟਿੰਗ ਹੋਣ ਵਾਲੀ ਹੈ, ਬੜੀ ਜ਼ਿਆਦਾ ਨੌਲੇਜਫੁਲ ਹੋਣ ਵਾਲੀ ਹੈ। ਇਹ ਉਹਨਾਂ ਲੋਕਾਂ ਦੇ ਲਈ ਵੀ ਕੰਮ ਆਏਗੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ, ਜੋ ਅੱਜ ਅਸੀਂ ਡਿਸਕਸ ਕਰਾਂਗੇ, ਤੇ ਜਿਹੜੇ ਲੋਕਾਂ ਨੂੰ ਨਹੀਂ ਹੈਗੀ ਉਹਨਾਂ ਨੂੰ ਫਿਊਚਰ ਦੇ ਵਿੱਚ ਨਾ ਹੋ ਜਾਏ, ਇਸ ਲਈ ਵੀ ਇਹ ਜਾਣਕਾਰੀ ਜਿਹੜੀ ਹੈ ਬੜੀ ਮਹੱਤਵਪੂਰਨ ਹੈ। ਸੋ ਬੜੇ ਧਿਆਨ ਨਾਲ ਸੁਣਨਾ, ਔਰ ਇਸ ਜਾਣਕਾਰੀ ਨੂੰ ਅਗਰ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਦੇਖ ਰਹੇ ਹੋ, ਯਾਨੀ ਕਿ ਫੇਸਬੁੱਕ ਤੇ ਦੇਖ ਰਹੇ ਹੋ, ਤਾਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰਨਾ। ਅੱਜ ਅਸੀਂ ਗੱਲ ਕਰਾਂਗੇ ਇਰੈਕਟਲ ਡਿਸਫੰਕਸ਼ਨ ਦੇ ਲਈ। ਇਸ ਪ੍ਰੋਬਲਮ ਨੂੰ ਅਸੀਂ ਦੂਜੀ ਭਾਸ਼ਾ ਦੇ ਵਿੱਚ ਇਹ ਕਹਿ ਲੈਂਦੇ ਕਿ ਜਿਹੜੀ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ ਪੁਰਸ਼ਾਂ ਦੇ ਵਿੱਚ, ਉਹ ਜਿਹੜੀ ਅੱਜ ਡਿਸਕਸ ਕੀਤੀ ਜਾਏਗੀ ਪ੍ਰੋਬਲਮ। ਔਰ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਹਰ ਅੱਜ ਦੂਸਰੇ ਬੰਦੇ ਨੂੰ ਹੋਣੀ ਸ਼ੁਰੂ ਹੋ ਗਈ ਹੈ। ਅਤੇ ਇਹ ਜਿਹੜੀ ਪ੍ਰੋਬਲਮ ਹੈ ਉਸਦੀ ਸਭ ਤੋਂ ਬੜੀ ਇੱਕ ਹੋਰ ਦਿੱਕਤ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਕੋਈ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦਾ। ਦੇਖਿਆ ਜਾਵੇ ਜਨਰੇਸ਼ਨਸ ਜਿਹੜੀਆਂ ਨੇ ਉਹ ਰਿਸਕ ਦੇ ਵਿੱਚ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਗਰ ਗੱਲ ਕਰੀਏ, ਸੋ ਬੜੇ ਸਾਰੇ ਦੇਸ਼ਾਂ ਨੇ ਤਾਂ ਇਹ ਪਬਲਿਕਲੀ ਡਿਕਲੇਅਰ ਕਰ ਦਿੱਤਾ ਹੈ ਕਿ ਉਹਨਾਂ ਦੇ ਲੋਕਾਂ ਦੇ ਵਿੱਚ ਇਹ ਪ੍ਰੋਬਲਮਸ ਹੋ ਰਹੀਆਂ ਨੇ। ਇਸ ਦੇ ਪਿੱਛੇ ਕਈ ਤਰ੍ਹਾਂ ਦੇ ਰੀਜ਼ਨ ਹੋ ਸਕਦੇ ਨੇ। ਲਾਈਫ ਸਟਾਈਲ ਰੀਜ਼ਨ ਹੋ ਸਕਦਾ ਹੈ ਕਿ ਚੇਂਜ ਹੋ ਗਿਆ। ਇਸ ਦੇ ਪਿੱਛੇ ਰੀਜ਼ਨ ਇਹ ਵੀ ਹੋ ਸਕਦਾ ਹੈ ਤੁਹਾਡਾ ਖਾਣ ਪੀਣ, ਜਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵੀ ਇੰਟਰਨੈਟ ਤੋਂ ਬਹੁਤ ਸਾਰੀ ਜਾਣਕਾਰੀ ਹੋ ਸਕਦਾ ਹੈ ਜਿਹੜੀ ਕਲੈਕਟ ਕੀਤੀ ਹੋਵੇ। ਪਰ ਅੱਜ ਇਹ ਪ੍ਰੋਗਰਾਮ ਦੇਖਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਜਾਣਕਾਰੀ ਦੇ ਨਾਲ ਤੁਹਾਡੇ ਬਹੁਤ ਸਾਰੇ ਜਿਹੜੇ ਡਾਊਟਸ ਹੁੰਦੇ ਨੇ, ਜਾਂ ਜਦੋਂ ਅਸੀਂ ਬਹੁਤ ਸਾਰੀ ਜਾਣਕਾਰੀ ਲੈ ਲੈਂਦੇ ਹਾਂ ਕੀ ਸਹੀ ਹੈ ਕੀ ਗਲਤ ਹੈ, ਇਹ ਬਹੁਤ ਵੱਡਾ ਸਵਾਲ ਬਣ ਜਾਂਦਾ ਹੈ। ਸੋ ਇਹ ਕਲੀਅਰ ਹੋਣ ਵਾਲਾ ਹੈ। ਸੋ ਇਸ ਲਈ ਜੇਕਰ ਜਾਣਕਾਰੀ ਹੈ ਵੀ ਤਾਂ ਵੀ ਇਸ ਪ੍ਰੋਗਰਾਮ ਨੂੰ ਜ਼ਰੂਰ ਦੇਖੋ। ਸੋ ਇਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਿਹੜੇ ਅੱਜ ਵੈਦ ਸਾਹਿਬ ਨੇ, ਅਸੀਂ ਫਗਵਾੜਾ ਦੇ ਵਿੱਚ ਇਸ ਸਮੇਂ ਬੈਠੇ ਹਾਂ। ਸੋ 35 ਸਾਲ ਪੁਰਾਣਾ ਜਿਹੜਾ ਕਲੀਨਿਕ ਹੈਗਾ ਵਰਮਾ ਕਲੀਨਿਕ ਇੱਥੇ, ਔਰ ਇਸੇ ਚੀਜ਼ ਨੂੰ ਲੈ ਕੇ ਜਿਹੜਾ ਹੈ ਮੈਡੀਸਿਨਸ ਪ੍ਰੋਵਾਈਡ ਕਰਦੇ ਨੇ। ਆਯੁਰਵੈਦਿਕ ਕਲੀਨਿਕ ਹੈ, ਔਰ ਅੱਜ ਅਸੀਂ ਵੈਦ ਸਾਹਿਬ ਨਾਲ ਇੱਥੇ ਗੱਲ ਕਰਾਂਗੇ। ਵੈਦ ਲਲਿਤ ਜੀ ਸਾਡੇ ਨਾਲ ਨੇ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੇਖਰ ਜੀ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਠੀਕ ਹੈ। ਤੁਸੀਂ ਕਿਵੇਂ ਹੋ? ਬਹੁਤ ਬੜੀਆ ਸਰ। ਅੱਜ ਬੜੇ ਸਾਰੇ ਲੋਕਾਂ ਦੇ ਡਾਊਟ ਕਲੀਅਰ ਹੋਣ ਵਾਲੇ। ਬਿਲਕੁਲ ਸਰ, ਬਹੁਤ ਸਾਰੇ ਲੋਕਾਂ ਦੇ ਡਾਊਟਸ ਕਲੀਅਰ ਕਰਨੇ ਆ, ਕਿਉਂਕਿ ਅਸੀਂ ਇੱਕ ਪਿਛਲੀ ਵੀਡੀਓਜ਼ ਬਣਾਈ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਡਾਕਟਰ ਸਾਹਿਬ ਖੁੱਲ੍ਹ ਕੇ ਦੱਸੋ ਸਾਰਾ ਕੁਝ, ਤਾਂ ਕਿ ਅਸੀਂ ਕਿਸੇ ਗਲਤ ਜਗ੍ਹਾ ਤੇ ਨਾ ਫਸੀਏ। ਕਿਉਂਕਿ ਲੋਕੀ ਘਰ ਬੈਠੇ ਮੈਡੀਸਿਨਸ ਬਣਾਈ ਜਾਂਦੇ ਪਏ ਆ। ਕੋਈ ਟਿਕਟੋਕ ਤੋਂ, ਕੋਈ ਰੀਲਸ, ਇੰਸਟਾਗ੍ਰਾਮ ਤੋਂ ਆਪਣੀ ਮੈਡੀਸਨ ਦੇਖਦਾ ਕਿ ਇੱਕ ਕੋਈ ਜੜੀ ਬੂਟੀ ਦੇਤੀ, ਉਹ ਖਾਂਦਾ, ਬਾਅਦ ਚੋਂ ਪਛਤਾਉਂਦਾ। ਫਿਰ ਉਹਦਾ ਆਯੁਰਵੇਦ ਤੋਂ ਕਹਿ ਦਈਏ ਕਿ ਭੁੱਲ ਜਾਂਦਾ ਕਿ ਆਯੁਰਵੇਦ ਕੋਈ ਕੰਮ ਕਰਦੀ ਹੈ। ਬਟ ਅਸੀਂ ਦੱਸਾਂਗੇ ਕਿ ਆਯੁਰਵੈਦਿਕ ਮੈਡੀਸਿਨਸ ਕੰਮ ਕਰਦੀਆਂ, ਬਟ ਪਹਿਲਾਂ ਬਿਮਾਰੀ ਨੂੰ ਸਮਝੋ। ਬਿਮਾਰੀ ਕੀ ਆ ਉਹਨੂੰ ਸਮਝੋ, ਕਿੱਦਾਂ ਹੋ ਰਹੀ ਆ ਉਹਨੂੰ ਸਮਝੋ। ਕੀ ਤੁਸੀਂ ਬਿਮਾਰ ਹੈਗੇ ਵੀ ਆ ਜਾਂ ਨਹੀਂ ਹੈਗੇ, ਕਿ ਸਾਈਕੋਲੋਜੀਕਲ ਤੌਰ ਤੇ ਆ, ਫਿਜ਼ੀਕਲੀ ਤੌਰ ਤੇ ਆ, ਸਾਰੇ ਆਪਾਂ ਡਾਊਟਸ ਅੱਜ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਿੰਦੇ ਹਾਂ। ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਸਾਡੇ ਕੋਲੇ ਜਾਣਕਾਰੀ ਬੜੀ ਈਜ਼ੀ ਹੋ ਗਈ ਨਾ, ਅੱਜ ਗੂਗਲ ਦੇ ਉੱਤੇ ਸਰਚ ਕਰੋ, ਵੀਡੀਓਜ਼ ਵੀ ਬਣਾਤੀਆਂ, ਤੇ ਉਹ ਲੋਕੀ ਕੀ ਸੋਚਦੇ ਨੇ ਕਿ ਅਸੀਂ ਕਿਸੇ ਨੂੰ ਦਸੀਏ ਵੀ ਨਾ। ਕਿਉਂਕਿ ਡਾਕਟਰ ਸਾਹਿਬ ਇਹ ਵੀ ਇੱਕ ਬੜਾ ਵੱਡੀ ਰੀਜ਼ਨ ਬਣ ਜਾਂਦਾ ਕਿ ਲੋਕ ਦੱਸਣਾ ਨਹੀਂ ਚਾਹੁੰਦੇ। ਉਹ ਸ਼ਰਮ ਮਹਿਸੂਸ ਕਰਦੇ ਨੇ, ਜਾਂ ਡਰ ਹੁੰਦਾ ਹੈ, ਜਾਂ ਇਹ ਸੋਚਦੇ ਨੇ ਕਿ ਸਾਨੂੰ ਕਿਸ ਜਜਮੈਂਟਲ ਮਾਈਂਡਸੈਟ ਨਾਲ ਸਾਨੂੰ ਦੇਖਿਆ ਜਾਏਗਾ। ਸ਼ੇਖਰ ਜੀ ਗੱਲ ਇਹ ਹੈ ਕਿ ਮੈਂ ਆਪਣੀ
ਫੈਮਿਲੀ ਜਿਹੜੀ ਮੇਰੀ ਸੋਸ਼ਲ ਫੈਮਿਲੀ ਆ ਉਹਨੂੰ ਦੱਸਣਾ ਚਾਹੁੰਦਾ ਹਾਂ ਕਿ ਹਰ ਬੰਦਾ ਇਹ ਚੀਜ਼ ਜਿਹੜੀ ਆਪਾਂ ਡਿਸਕਸ ਕਰਨ ਲੱਗੇ ਆ ਉਹ ਚਾਹੁੰਦਾ ਮੈਨੂੰ ਨਾ ਹੋਵੇ, ਇਰੈਕਟਾਈਲ ਡਿਸਫੰਕਸ਼ਨ ਯਾਨੀ ਕਿ ਮਰਦਾਨਾ ਕਮਜ਼ੋਰੀ ਮੈਨੂੰ ਨਾ ਹੋਵੇ, ਬਟ ਹੈਜ਼ ਅ ਟਾਈਮ ਉਹਨੂੰ ਆ ਜਾਂਦੀ ਆ ਜੀ, ਬਟ ਉਹ ਕਿਸੇ ਨਾਲ ਗੱਲ ਨਹੀਂ ਕਰਦਾ, ਬਟ ਉਹ ਚਾਹੁੰਦਾ ਕਿ ਹੋਵੇ ਵੀ ਨਾ। ਜੇ ਆਪਾਂ ਚਾਹੁੰਦੇ ਆ ਕਿ ਹੋਵੇ ਵੀ ਨਾ ਤੇ ਆਪਾਂ ਗੱਲ ਵੀ ਨਾ ਕਰੀਏ ਤਾਂ ਕਿੱਦਾਂ ਠੀਕ ਹੋਏਗੀ ਜੀ। ਜੇ ਆਪਾਂ ਉਹਦਾ ਪ੍ਰੋਪਰ ਡਾਇਗਨੋਸ ਕਰਾ ਕੇ ਉਹਨੂੰ ਆਪਾਂ ਮੈਡੀਸਿਨਲ ਤੌਰ ਤੇ ਆਪਾਂ ਟ੍ਰੀਟਮੈਂਟ ਪ੍ਰੋਪਰ ਲੈਣੇ ਆ ਤੇ ਉਹ ਠੀਕ ਵੀ ਹੋ ਸਕਦੀ ਆ। ਉਸੇ ਟੌਪਿਕ ਤੇ ਆਪਾਂ ਅੱਜ ਗੱਲ ਕਰਾਂਗੇ। ਸੋ ਦਰਸ਼ਕਾਂ ਨੂੰ ਹੁਣ ਅਸੀਂ ਸਭ ਤੋਂ ਪਹਿਲਾਂ ਇਹ ਦੱਸਾਂਗੇ ਕਿ ਇਰੈਕਟਾਈਲ ਡਿਸਫੰਕਸ਼ਨ ਹੁੰਦਾ ਕੀ ਹੈ। ਸੋ ਇਹ ਤੁਸੀਂ ਪੜ੍ਹਿਆ ਲਿਖਿਆ ਹੋਏਗਾ, ਬਹੁਤ ਥਾਵਾਂ ਤੋਂ ਬਹੁਤ ਲੋਕਾਂ ਤੋਂ ਸੁਣਿਆ ਹੋਏਗਾ, ਪਰ ਸਹੀ ਮਾਇਨੇ ਦੇ ਵਿੱਚ ਕੀ ਹੁੰਦਾ ਹੈ ਉਹ ਤੁਹਾਨੂੰ ਦੱਸਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਧਿਆਨ ਨਾਲ ਸੁਣਨਾ, ਕੋਈ ਚੀਜ਼ ਅਗਰ ਨੋਟ ਕਰਨੀ ਪੈਂਦੀ ਹੈ ਤਾਂ ਉਸ ਨੂੰ ਵੀ ਨੋਟ ਕਰਿਓ। ਸੋ ਵੈਸੇ ਸਭ ਤੋਂ ਪਹਿਲੀ ਚੀਜ਼ ਕਿ ਇਰੈਕਟਾਈਲ ਡਿਸਫੰਕਸ਼ਨ ਐਗਜ਼ੈਕਟਲੀ ਕੀ ਹੁੰਦਾ ਹੈ, ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਲੋਕਾਂ ਦੀ ਪਹਿਚਾਣ ਹੁੰਦੀ ਹੈ ਮਾਈਂਡ ਦੇ ਵਿੱਚ, ਉਹ ਸਹੀ ਹੁੰਦੀ ਹੈ, ਗਲਤ ਹੁੰਦੀ ਹੈ, ਉਹ ਛੱਡੋ। ਅੱਜ ਅਸੀਂ ਦੱਸਾਂਗੇ ਕਿ ਐਗਜ਼ੈਕਟ ਕੀ ਹੈ। ਦੇਖੋ, ਜਿਹੜਾ ਇਰੈਕਟਾਈਲ ਡਿਸਫੰਕਸ਼ਨ ਕੀ ਹੁੰਦਾ ਆ, ਮੇਲ ਦੇ ਵਿੱਚ ਸੈਕਸੁਅਲ ਫੀਲਿੰਗਸ ਜਾਂ ਐਕਸਾਈਟਮੈਂਟ ਹੁੰਦੀ ਆ। ਜਦੋਂ ਐਕਸਾਈਟਮੈਂਟ ਹੋ ਕੇ ਆਪਣੇ ਪਾਰਟਨਰ ਦੇ ਕੋਲ ਜਾਂਦਾ ਆ ਜਾਂ ਫਿਰ ਕਦੀ ਇਕੱਲਾ ਬੈਠਾ ਹੁੰਦਾ ਆ, ਉਹ ਜਦੋਂ ਐਕਸਾਈਟ ਹੁੰਦਾ, ਅਰਾਊਜ਼ਲ ਹੁੰਦਾ ਆ, ਉਹਦੇ ਅੰਗ ਦੇ ਵਿੱਚ ਐਕਸਾਈਟਮੈਂਟ ਦੇ ਵਿੱਚ ਇਰੈਕਸ਼ਨ ਦਾ ਨਾ ਆਣਾ, ਮਤਲਬ ਕਿ ਜਦੋਂ ਵੀ ਉਹ ਆਪਣੇ ਪਾਰਟਨਰ ਦੇ ਕੋਲ ਜਾਂਦਾ ਆ, ਕਿਸੇ ਵੀ ਤਰ੍ਹਾਂ ਦੀ ਇਰੈਕਸ਼ਨ ਦਾ ਨਾ ਆਣਾ, ਉਹਨੂੰ ਇਰੈਕਟਾਈਲ ਡਿਸਫੰਕਸ਼ਨ ਕਿਹਾ ਜਾਂਦਾ ਆ। ਜਦੋਂ ਵੀ ਉਹ ਕਿਸੇ ਵੀ ਕਈ ਕਾਰਨ ਹੋ ਸਕਦੇ ਇਹਦੇ, ਜਿਹੜੇ ਕਿ ਆਪਾਂ ਅੱਗੇ ਨਾਲ ਡਿਸਕਸ਼ਨ ਕਰੀ ਜਾਵਾਂਗੇ। ਇਰੈਕਟਾਈਲ ਡਿਸਫੰਕਸ਼ਨ ਦੇ ਵਿੱਚ ਨਾਰਮਲ ਮਰਦਾਨਾ ਕਮਜ਼ੋਰੀ ਕਹਿ ਦਿੰਦੇ ਆ ਆਪਾਂ, ਨਾਰਮਲ ਨਮਰਦੀ ਕਹਿ ਦਿੰਦੇ ਆ, ਜਾਂ ਆਪਾਂ ਸਿੰਪਲ ਇੱਕ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਕਿ ਆਪਣੇ ਪਾਰਟਨਰ ਦੇ ਨਾਲ ਆਪਾਂ ਸੰਬੰਧ ਨਾ ਬਣਾਉਣ ਨੂੰ ਇਰੈਕਟਾਈਲ ਡਿਸਫੰਕਸ਼ਨ ਕਹਿੰਦੇ ਆ। ਔਰ ਮੇਰੇ ਖਿਆਲ ਨਾਲ ਜਿਹੜੀ ਅਸੀਂ ਮਰਦਾਨਾ ਕਮਜ਼ੋਰੀ, ਇਹ ਜਿਹੜਾ ਸ਼ਬਦ ਹੈ ਨਾ, ਸ਼ਾਇਦ ਇਸੇ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਡਗਰਾਤਾ ਜਾਂ ਇੰਨਾ ਜ਼ਿਆਦਾ ਸ਼ਰਮਿੰਦਾ ਕਰਤਾ ਕਿ ਉਹ ਓਪਨਲੀ ਗੱਲ ਨਹੀਂ ਕਰ ਪਾਉਂਦੇ। ਇਰੈਕਟਾਈਲ ਡਿਸਫੰਕਸ਼ਨ ਯਾਨੀ ਕਿ ਕੁਝ ਇੱਕ ਫੰਕਸ਼ਨੈਲਿਟੀ ਹੈ ਤੁਹਾਡੀ ਬਾਡੀ ਦੀ ਜਿਹੜੀ ਕਿ ਇਸ ਵੇਲੇ ਵਰਕ ਨਹੀਂ ਕਰ ਰਹੀ ਪ੍ਰੋਪਰਲੀ। ਸੋ ਸਮਝਣਾ ਤਾਂ ਇਸ ਤਰੀਕੇ ਨਾਲ। ਅਗਰ ਰੀਜ਼ਨਸ ਦੀ ਗੱਲ ਕੀਤੀ ਜਾਵੇ, ਕਾਰਨ, ਮੁੱਖ ਕਾਰਨ ਕਿਹੜੇ-ਕਿਹੜੇ ਹੁੰਦੇ? ਪਹਿਲਾਂ ਤਾਂ ਮੈਂ ਦੱਸੂਗਾ ਕਿ ਇਰੈਕਟਾਈਲ ਡਿਸਫੰਕਸ਼ਨ ਹੁੰਦਾ ਕਿੱਦਾਂ ਹੈ, ਪਹਿਚਾਨ ਕੀ ਹੁੰਦੀ ਹੈ, ਪਹਿਚਾਨ ਕੀ ਆ। ਤੁਸੀਂ ਘਰ ਬੈਠੇ ਉਹਨੂੰ ਕਿੱਦਾਂ ਸੋਚ ਸਕਦੇ ਕਿ ਮੈਂ ਇਹ ਪ੍ਰੋਬਲਮ ਮੈਨੂੰ ਹੋ ਸਕਦੀ ਹੈ ਜਾਂ ਆਉਣ ਵਾਲੇ ਟਾਈਮ 'ਚ ਹੋਏਗੀ, ਕੀ ਕਿੱਦਾਂ ਹੋਏਗੀ। ਸਭ ਤੋਂ ਪਹਿਲਾ ਪੁਆਇੰਟ ਆਏਗਾ ਕਿ ਤੁਹਾਨੂੰ ਬਿਲਕੁਲ ਐਕਸਾਈਟਮੈਂਟ ਨਹੀਂ ਹੁੰਦੀ ਪਈ, ਬਿਲਕੁਲ ਫੀਲਿੰਗ ਨਹੀਂ ਆਉਂਦੀ ਪਈ, ਤੁਹਾਡੇ ਪੀਨਸ ਦੇ ਵਿੱਚ ਬਿਲਕੁਲ ਇਰੈਕਸ਼ਨ ਨਹੀਂ ਆ ਰਹੀ। ਸੈਕਿੰਡ ਪਾਰਟ ਕੀ ਆ, ਤੁਹਾਡੇ ਐਕਸਾਈਟਮੈਂਟ ਦੇ ਵਿੱਚ ਫੀਲਿੰਗਸ ਆ ਰਹੀ ਆ, ਬਟ ਉਸ ਤੋਂ ਬਾਅਦ ਫੀਲਿੰਗ ਤੋਂ ਬਾਅਦ ਇਰੈਕਸ਼ਨ ਵੀ ਆ ਰਹੀ ਆ, ਬਟ ਤੁਸੀਂ ਆਪਣੇ ਪਾਰਟਨਰ ਦੇ ਨਾਲ ਸੰਬੰਧ ਨਹੀਂ ਬਣਾ ਪਾਉਂਦੇ। ਥਰਡ ਪਾਰਟ ਕੀ ਹੁੰਦਾ ਆ, ਤੁਹਾਡੀ ਇਰੈਕਸ਼ਨ ਵੀ ਆ ਰਹੀ ਆ, ਐਕਸਾਈਟਮੈਂਟ ਵੀ ਹੈਗੀ ਆ, ਤੁਸੀਂ ਇੰਟਰਕੋਰਸ ਵੀ ਕਰ ਰਹੇ ਹੋ, ਸੰਬੰਧ ਵੀ ਬਣਾ ਰਹੇ ਹੋ, ਬਟ ਜਿਹੜਾ ਟਾਈਮ ਤੁਹਾਨੂੰ ਚਾਹੀਦਾ ਉਹਦੇ ਵਿੱਚ ਹੀ ਤੁਹਾਡੇ ਪੀਨਿਸ ਦੇ ਵਿੱਚ ਸੌਫਟਨੈਸ ਆ ਜਾਂਦੀ ਆ। ਪੰਜਾਬੀ ਦੇ ਵਿੱਚ ਗੱਲ ਕਰੀਏ, ਢਿੱਲਾਪਨ ਆ ਜਾਂਦਾ, ਜਿਹਦੇ ਕਰਕੇ ਕੀ ਦਿੱਕਤ ਆ ਜਾਂਦੀ ਆ। ਇਹ ਤਿੰਨੇ ਕਾਰਨ ਜਿਹੜੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਰੈਕਟਾਈਲ ਡਿਸਫੰਕਸ਼ਨ ਦਾ ਕਾਰਨ ਆ। ਇਰੈਕਟਾਈਲ ਡਿਸਫੰਕਸ਼ਨ ਹੁੰਦੀ ਆ। ਹੋਰ ਉਸ ਤੋਂ ਬਾਅਦ ਆਪਾਂ ਚੱਲੀਏ ਕਿ ਇੱਕ ਮਾਡਰਨ ਵਿਊ ਦੇ ਨਾਲ ਆਪਾਂ ਗੱਲ ਕਰੀਏ, ਸਾਰੇ ਵਿਊ ਦੀ ਆਪਾਂ ਗੱਲ ਕਰਾਂਗੇ। ਮਾਡਰਨ ਵਿਊ ਦੇ ਵਿੱਚ 3 ਪੁਆਇੰਟਸ ਆਪਾਂ ਦੇਖਦੇ ਹਾਂ। ਪਹਿਲਾ ਪੁਆਇੰਟ ਹੁੰਦਾ ਆਰਟੀਰੀਓਜੈਨਿਕ ਇਰੈਕਟਾਈਲ ਡਿਸਫੰਕਸ਼ਨ। ਤੁਹਾਡੇ ਅੰਗ ਦੇ ਵਿੱਚ ਬਲੱਡ ਆਂਦਾ ਪਿਆ, ਬਟ ਉਹ ਇਦਾਂ ਵਾਪਸ ਚਲਾ ਜਾਂਦਾ, ਫਲੋ ਹੈ ਬਟ ਵਾਪਸ ਹੋ ਜਾਂਦਾ। ਇਹ ਜ਼ਿਆਦਾਤਰ ਦੇਖਿਆ ਜਾਂਦਾ 60 ਸਾਲ ਤੋਂ ਬਾਅਦ ਪ੍ਰੋਬਲਮ ਆਉਂਦੀ ਆ ਓਲਡਰ ਪਰਸਨਸ ਦੇ ਵਿੱਚ ਇਹ ਪ੍ਰੋਬਲਮ। ਸੈਕਿੰਡ ਆਂਦੀ ਵੀਨੋਜੈਨਿਕ ਇਰੈਕਟਾਈਲ ਡਿਸਫੰਕਸ਼ਨ ਦੇ ਵਿੱਚ ਕੀ ਹੁੰਦਾ, ਇਹ ਜਿਹੜੀ ਪ੍ਰੋਬਲਮ ਹੁੰਦੀ ਆ 20 ਤੋਂ ਲੈ ਕੇ 40 45 55 ਸਾਲ ਤੱਕ ਦੀ ਉਮਰ ਦੇ ਵਿੱਚ ਆਉਂਦੀ ਆ, ਜਿਹਦੇ ਵਿੱਚ ਕੀ ਆ, ਇਰੈਕਸ਼ਨ ਆਂਦੀ ਆ ਬਟ ਸੌਫਟਨੈਸ ਜਲਦੀ ਆ ਜਾਂਦੀ ਆ, ਢਿੱਲਾਪਨ ਜਲਦੀ ਆ ਜਾਂਦਾ। ਤੀਸਰੀ ਹੁੰਦੀ ਆ ਐਂਡੋਥੀਲੀਅਮ ਇਰੈਕਟਾਈਲ ਡਿਸਫੰਕਸ਼ਨ। ਉਹਦੇ 'ਚ ਕੀ ਆ ਕਿ ਤੁਸੀਂ ਗਲਤ ਸੰਗਤ ਦੇ ਵਿੱਚ ਪੈ ਗਏ ਹੋ, ਬਚਪਨ ਦੀਆਂ ਗਲਤੀਆਂ ਕਰਕੇ, ਬਹੁਤ ਜ਼ਿਆਦਾ ਤੁਹਾਨੂੰ ਗਲਤ ਸੰਗਤ ਦੇ ਵਿੱਚ ਪੈ ਗਏ, ਗਲਤ ਮੂਵੀਜ਼ ਵਗੈਰਾ ਦੇਖ ਕੇ, ਉਹਦੇ ਕਰਕੇ ਇਰੈਕਟਾਈਲ ਡਿਸਫੰਕਸ਼ਨ ਆਉਂਦੀ ਆ। ਉਸ ਤੋਂ ਬਾਅਦ ਆਪਾਂ ਇਹਦੇ ਕਾਰਨ ਜਿਹੜੇ ਦੇਖਾਂਗੇ, ਫਿਜ਼ੀਕਲੀ ਜਾਂ ਸਾਈਕੋਲੋਜੀਕਲੀ ਕੀ ਹੁੰਦੇ ਆ। ਫਿਜ਼ੀਕਲੀ ਕਾਰਨ ਦੇ ਵਿੱਚ ਆਪਾਂ ਦੇਖਾਂਗੇ ਪੇਸ਼ੈਂਟ ਨੂੰ ਕੀ ਪ੍ਰੋਬਲਮ ਆ ਰਹੀ ਹੈ। ਮੈਂ ਦੱਸਣਾ ਚਾਹੁੰਦਾ, ਇੱਕ ਵਾਰੀ ਪ੍ਰੋਪਰ ਇਰੈਕਸ਼ਨ ਆਏਗੀ, ਉਹਦੇ ਲਈ ਤੁਹਾਨੂੰ 250 ਤੋਂ 400 ml ਬਲੱਡ ਚਾਹੀਦਾ ਅੰਗ ਦੇ ਵਿੱਚ ਪ੍ਰੋਪਰ ਇਰੈਕਸ਼ਨ ਲਈ। ਹੁਣ ਉਹ ਬਲੱਡ ਨਸਾਂ ਦੇ ਵਿੱਚ ਨਹੀਂ ਆ ਰਿਹਾ, ਤੁਹਾਡੇ ਅੰਗ ਦੇ ਵਿੱਚ ਉਹ ਬਲੱਡ ਪ੍ਰੋਪਰ ਵੇ ਨਾਲ ਨਹੀਂ ਆ ਰਿਹਾ, ਜਿਹਦੇ ਕਰਕੇ ਦਿੱਕਤ ਆ ਰਹੀ ਆ। ਬਟ ਆਪਾਂ ਸਿੰਪਲ ਸੋਚੀਏ ਕਿ ਅੰਗ ਦੇ ਵਿੱਚ ਬਲੱਡ ਸਰਕੂਲੇਸ਼ਨ ਦੀ ਕਮੀ ਆ, ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ। ਸੈਕਿੰਡ ਕੀ ਆ, ਸਟ੍ਰੈਸ, ਡਿਪਰੈਸ਼ਨ, ਐਂਜ਼ਾਈਟੀ, ਜਿਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ। ਇਹ ਵੀ ਰੀਜ਼ਨ ਆ। ਸਟ੍ਰੈਸ, ਡਿਪਰੈਸ਼ਨ, ਐਂਜ਼ਾਈਟੀ ਸਭ ਤੋਂ ਵੱਡਾ ਰੀਜ਼ਨ ਆ। ਜਿਹੜੇ ਬੰਦੇ ਨੂੰ ਇਹ ਪ੍ਰੋਬਲਮ ਆਏਗੀ, ਉਹ ਸਾਰਾ ਦਿਨ ਇੱਕ ਹੀ ਗੱਲ ਸੋਚੀ ਜਾਏਗਾ,
ਹੋਰ ਉਹਦਾ ਧਿਆਨ ਜਦੋਂ ਆਪਣੇ ਪਾਰਟਨਰ ਕੋਲ ਜਾਏਗਾ ਉਹਦਾ ਧਿਆਨ ਹੀ ਨਹੀਂ ਹੋਏਗਾ ਕਿ ਮੈਂ ਕੁਝ ਕਰਨਾ ਹੈ। ਅੱਛਾ, ਇਹ ਵੀ ਸਭ ਤੋਂ ਬੜੀ ਗੱਲ ਹੈ ਕਿ ਜਦੋਂ ਇਰੈਕਟਾਈਲ ਡਿਸਫੰਕਸ਼ਨ ਹੋ ਗਈ, ਇਹ ਪ੍ਰੋਬਲਮ ਲੱਗ ਗਈ ਪਤਾ ਬੰਦੇ ਨੂੰ, ਤੇ ਉਹ ਫਿਰ ਹੋਰ ਘਬਰਾਉਣ ਲੱਗ ਜਾਂਦਾ, ਹੋਰ ਸਾਈਕੋਲੋਜੀਕਲੀ ਆਪਣੇ ਉੱਤੇ ਪ੍ਰੈਸ਼ਰ ਪਾ ਲੈਂਦਾ ਤੇ ਉਹ ਫਿਰ ਹੋਰ ਜ਼ਿਆਦਾ ਉਹਦੀ ਵੱਧਣੀ ਸ਼ੁਰੂ ਹੋ ਜਾਂਦੀ। ਉਹ ਕੀ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਨੂੰ ਇਰੈਕਟਾਈਲ ਡਿਸਫੰਕਸ਼ਨ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਗੂਗਲ ਤੇ ਇਕੱਲਾ ਬੈਠ ਕੇ ਸਰਚ ਕਰਦਾ ਜੀ, ਉਹਦੇ 'ਚ ਵੀਡੀਓਜ਼ ਨਿਕਲਦੀਆਂ ਆ, ਉਹ ਵੀਡੀਓ ਸਰਚ ਕਰਦਾ ਰਹਿੰਦਾ, ਬਟ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਮੇਰੀ ਪ੍ਰੋਬਲਮ ਕੀ ਆ, ਕਿ ਮੈਨੂੰ ਪ੍ਰੋਬਲਮ ਪੈ ਕਿੱਥੋਂ ਰਹੀ ਆ। ਇਹਦੇ ਲਈ ਆਪਾਂ ਨੂੰ ਇੱਕ ਡਾਕਟਰ ਕੋਲੋਂ ਪ੍ਰੋਪਰ ਡਾਇਗਨੋਸ ਕਰਵਾ ਕੇ ਹੀ ਆਪਣਾ ਟ੍ਰੀਟਮੈਂਟ ਲੈਣਾ ਚਾਹੀਦਾ। ਘਰ ਬੈਠੇ ਕੋਈ ਵੀ ਮੈਡੀਸਨ ਨਹੀਂ ਯੂਜ਼ ਕਰਨੀ ਚਾਹੀਦੀ, ਚਾਹੇ ਉਹ ਆਪਾਂ ਇੰਸਟਾਗ੍ਰਾਮ ਤੋਂ ਲੈ ਲਈਏ, ਚਾਹੇ ਫੇਸਬੁੱਕ ਤੋਂ ਲੈ ਲਈਏ, ਕੋਈ ਮੈਡੀਸਨ ਖੁਦ ਨਹੀਂ ਯੂਜ਼ ਕਰਨੀ ਚਾਹੀਦੀ, ਉਹਦਾ ਡਾਇਗਨੋਸ ਕਰਕੇ ਹੀ ਚੱਲਣਾ ਚਾਹੀਦਾ। ਉਸ ਤੋਂ ਆਪਾਂ ਇਰੈਕਟਾਈਲ ਡਿਸਫੰਕਸ਼ਨ ਦੇ ਵਿੱਚ ਕਾਰਨ ਤੇ ਚੱਲਦੇ ਹਾਂ ਕਿ ਆਪਾਂ ਕੀ ਕਾਰਨ ਹੋ ਸਕਦੇ ਜਿਨ੍ਹਾਂ ਕਰਕੇ ਕੀ ਆ ਪ੍ਰੋਬਲਮ ਆ ਸਕਦੀ ਆ। ਮਾਡਰਨ ਐਸਪੈਕਟ ਕੀ ਆ, ਆਯੁਰਵੈਦਿਕ ਐਸਪੈਕਟ ਕੀ ਆ। ਸੋ ਸਭ ਤੋਂ ਪਹਿਲਾਂ ਮਾਡਰਨ ਡਿਸਕਸ ਕਰੀ। ਪਹਿਲਾਂ ਮਾਡਰਨ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਆਰਟੀਰੀਓਜੈਨਿਕ, ਕਹਿੰਦੇ 올ਡਰ ਪਰਸਨਸ ਦੇ ਵਿੱਚ ਆ ਜਾਂਦੀ। ਘਰ ਦੇ ਵਿੱਚ ਸ਼ੂਗਰ ਆ, ਘਰ ਦੇ ਵਿੱਚ ਬੀਪੀ ਦੀ ਪ੍ਰੋਬਲਮ ਆ। ਹਰ ਥਰਡ ਪਰਸਨ 25-30 ਸਾਲ ਦੀ ਉਮਰ ਤੋਂ ਬਾਅਦ ਆਪਣੇ ਕੋਲੇਸਟ੍ਰੋਲ ਚੈੱਕ ਕਰਵਾਉਂਦਾ, ਉਹਦੇ ਟ੍ਰਾਈਗਲਿਸਰਾਈਡ ਵਧੇ ਹੁੰਦੇ ਆ, ਲਿਪਿਡਸ ਉਹਦੇ ਕੋਲੇਸਟ੍ਰੋਲ ਵਧੇ ਹੁੰਦੇ ਆ, ਲੋ ਲਿਪਿਡਸ ਵਧੇ ਹੁੰਦੇ ਆ। ਉਸ ਤੋਂ ਬਾਅਦ ਆਪਾਂ 20 ਸਾਲ ਦੀ ਉਮਰ ਤੋਂ ਬਾਅਦ ਅੱਜਕੱਲ ਹਰ ਪੇਸ਼ੈਂਟ ਦੇ, ਮੈਂ ਪਿਛਲੇ ਘੱਟੋ ਘੱਟ 3-4 ਮਹੀਨੇ ਦੇ ਵਿੱਚ ਘੱਟੋ ਘੱਟ 500 ਬੰਦਿਆਂ ਦਾ ਵਿਟਾਮਿਨ ਡੀ ਚੈੱਕ ਕਰਵਾਇਆ। ਘੱਟੋ ਘੱਟ 500 ਦੇ ਵਿੱਚੋਂ 400 ਬੰਦਿਆਂ ਦਾ ਵਿਟਾਮਿਨ ਡੀ ਘੱਟ ਆਉਂਦਾ ਪਿਆ ਸੀ। ਹੁਣ ਆਪਾਂ ਗੱਲ ਕਰੀਏ ਕਿ ਸ਼ੂਗਰ ਕਰਕੇ, ਬੀਪੀ ਕਰਕੇ, ਕੋਲੇਸਟ੍ਰੋਲ ਕਰਕੇ, ਵਿਟਾਮਿਨ ਡੀ ਦੀ ਕਮੀ ਕਰਕੇ ਤੇ ਹਾਰਮੋਨਸ ਇੰਬੈਲੈਂਸ ਕਰਕੇ। ਓਕੇ, ਮਤਲਬ ਕਿ ਆਪਣੀ ਵਰਕਆਊਟ ਖਤਮ ਹੋ ਗਿਆ। ਹਾਰਮੋਨ ਇੰਬੈਲੈਂਸ ਕਿੱਦਾਂ ਹੋ ਰਿਹਾ? ਆਪਾਂ ਸਟ੍ਰੈਸ ਦੇ ਵਿੱਚ ਆ, ਸਟ੍ਰੈਸ ਹਾਰਮੋਨਸ ਜ਼ਿਆਦਾ ਸਿਕ੍ਰੀਟ ਹੋ ਰਹੇ ਆ, ਬੋਡੀ ਦੇ ਵਿੱਚ ਟੈਸਟੋਸਟੇਰੋਨ ਹਾਰਮੋਨਸ ਘਟੀ ਜਾ ਰਿਹਾ ਆ, ਜਿਹਦੇ ਕਰਕੇ ਕਿ ਆਪਾਂ ਨੂੰ ਇਰੈਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਪੈ ਰਹੀ ਹੈ। ਰਾਈਟ। ਇਹ ਹੁਣ ਜਿਹੜੀਆਂ ਪ੍ਰੋਬਲਮਸ ਆ ਇਹਨਾਂ ਨੂੰ ਡਾਇਗਨੋਸ ਕਰਕੇ ਹੀ ਆਪਾਂ ਮੈਡੀਸਨ ਦੇਣੀ ਆ। ਹੁਣ ਇੱਕ ਪੇਸ਼ੈਂਟ ਨੂੰ ਸਮਝੋ ਕੋਈ ਸ਼ੂਗਰ ਨਹੀਂ ਹੈਗੀ, ਕੋਈ ਬੀਪੀ ਨਹੀਂ ਹੈਗਾ, ਉਹਦਾ ਸਿਰਫ ਵਿਟਾਮਿਨ ਡੀ ਘਟਿਆ ਆ, ਉਹਦੇ ਸਿਰਫ ਕੋਲੇਸਟ੍ਰੋਲ ਵਧੇ ਹੋਏ ਆ। ਜੇ ਆਪਾਂ ਸਿਰਫ ਕੋਲੇਸਟ੍ਰੋਲ ਨੂੰ ਕੰਟਰੋਲ ਕਰ ਲਈਏ, ਵਿਟਾਮਿਨ ਡੀ ਨੂੰ ਵਧਾ ਦਈਏ ਤੇ ਉਹਦੀ ਇਰੈਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਸਹੀ ਹੋ ਜਾਏਗੀ। ਹੁਣ ਉਹਨੂੰ ਘਰ ਬਹਿ ਕੇ ਪਛਤਾਣਾ ਨਹੀਂ ਪੈਣਾ, ਆ ਦੋ ਚੀਜ਼ਾਂ ਨਾਲ ਹੀ ਉਹਨੇ ਸਹੀ ਹੋ ਜਾਣਾ। ਓਕੇ, ਉਹਨੂੰ ਲੋੜ ਹੀ ਨਹੀਂ ਕੋਈ ਮਹਿੰਗੀਆਂ ਦਵਾਈਆਂ ਖਾਣ ਦੀ, ਉਹਨੂੰ ਲੋੜ ਨਹੀਂ ਸੋਨਾ ਭਸਮ ਖਾਣ ਦੀ, ਉਹਨੂੰ ਲੋੜ ਨਹੀਂ ਹੀਰਾ ਭਸਮ ਖਾਣ ਦੀ। ਜਿੰਨੀ ਕੁ ਪ੍ਰੋਬਲਮ ਆ ਉਨੀ ਕੁ ਮੈਡੀਸਨ ਦੇਣੀ। ਰਾਈਟ। ਆਪਾਂ ਕਿਉਂ ਪੇਸ਼ੈਂਟ ਨੂੰ ਵਹਿਮ ਚ ਪਾਣਾ ਕਿ ਤੁਹਾਨੂੰ ਇਹਦੀ ਲੋੜ ਆ, ਇਹਦੀ ਲੋੜ ਆ, ਇਹਦੀ ਲੋੜ ਆ। ਮੇਰੇ ਕੋਲ ਲੱਖਾਂ ਰੁਪਈਆ ਲੋਕੀ ਖਰਾਬ ਕਰਕੇ ਆਉਂਦੇ ਆ। ਮੈਂ ਉਹਨਾਂ ਨੂੰ ਇੱਕੇ ਗੱਲ ਕਹਿਣਾ ਕਿ ਆਪਣੇ ਟੈਸਟ ਕਰਵਾਓ, ਆਪਣਾ ਡਾਇਗਨੋਸ ਕਰਾਓ, ਫਿਰ ਮੈਡੀਸਨ ਲਓ। ਮੈਡੀਸਨ ਜ਼ਰੂਰ ਆ ਕਿ ਟਾਈਮ ਦੇ ਹਿਸਾਬ ਨਾਲ ਖਾਣੀ ਪੈਂਦੀ ਆ, ਕਿਸੇ ਨੂੰ 3 ਮਹੀਨੇ ਖਾਣੀ ਪੈਣੀ, ਕਿਸੇ ਨੂੰ 4 ਮਹੀਨੇ, ਕਿਸੇ ਨੂੰ 6 ਮਹੀਨੇ, ਬੋਡੀ ਟੂ ਬੋਡੀ ਡਿਪੈਂਡ ਕਰਦਾ। ਸੋ ਇਹੀ ਤੁਸੀਂ ਉਹ ਚੀਜ਼ ਦੱਸ ਰਹੇ ਹੋ ਕਿ ਜੋ ਅਸੀਂ ਸਿਰਫ ਨੁਸਖੇ ਦੇਖ ਕੇ ਅਸੀਂ ਟਰਾਈ ਕਰ ਲੈਂਦੇ ਆ, ਹਰ ਚੀਜ਼ ਤੁਹਾਡੇ ਤੇ ਨਹੀਂ ਚੱਲੇਗੀ। ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੰਡੀਸ਼ਨ ਕੀ ਹੈ, ਤੁਹਾਡੀ ਬੋਡੀ ਟੂ ਬੋਡੀ ਮੈਡੀਸਨ ਅਲੱਗ-ਅਲੱਗ ਹੋਏਗੀ। ਰਾਈਟ। ਹੁਣ ਆਪਾਂ ਆਯੁਰਵੇਦ ਦੀ ਗੱਲ ਕਰਦੇ ਆ, ਆਯੁਰਵੇਦ ਦੇ ਵਿੱਚ ਕੀ ਆ? ਰੋਗ ਜਨਿਆ ਬਿਮਾਰੀ। ਮਤਲਬ ਆਪਾਂ ਗੱਲ ਕਰੀਏ ਰੋਗ ਜਨਿਆ, ਆਪਣੇ ਸਾਡੇ ਆਯੁਰਵੇਦ ਦੇ ਵਿੱਚ ਗ੍ਰੰਥਾਂ ਦੇ ਵਿੱਚ ਲਿਖਤਾ ਰੋਗ ਜਨਿਆ ਕੀ ਹੋ ਗਿਆ? ਤੁਹਾਨੂੰ ਬੀਪੀ ਸ਼ੂਗਰ ਕਰਕੇ ਪ੍ਰੋਬਲਮ ਆ ਗਈ। ਉਸ ਤੋਂ ਬਾਅਦ ਆ ਗਈ ਪੈਦਾਇਸ਼ੀ ਨੰਬਰ ਦੀ ਹੁੰਦੀ, ਇਹਦਾ ਨਹੀਂ ਅਸੀਂ ਟ੍ਰੀਟਮੈਂਟ ਕਰਦੇ। ਓਕੇ। ਉਸ ਤੋਂ ਬਾਅਦ ਆ ਗਈ ਕਿ ਤੁਹਾਨੂੰ ਵੀਰਜ ਦੁਸ਼ਟੀ ਆ। ਹੁਣ ਆਪਾਂ ਗੱਲ ਕਰੀਏ ਵੀਰਜ ਆ ਸਾਡੀ ਬੋਡੀ 'ਚ ਬਣਦਾ, ਸਾਡੀ ਆਯੁਰਵੇਦ ਦੇ ਹਿਸਾਬ ਨਾਲ 7 ਧਾਤੂਆਂ ਹੁੰਦੀਆਂ, ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ। ਹੁਣ ਸ਼ੁਕਰ ਧਾਤੂ ਪ੍ਰੋਪਰ ਵੇ ਨਾਲ ਨਹੀਂ ਬਣਦੀ ਪਈ, ਤੁਹਾਡੀ ਹੈਬਿਟਸ ਖਾਣ ਪੀਣ ਦੀ ਗਲਤ ਆ, ਤੁਸੀਂ ਫਾਸਟ ਫੂਡ ਬਹੁਤ ਜ਼ਿਆਦਾ ਖਾ ਰਹੇ ਹੋ, ਵਰਕਆਊਟ ਕਰਦੇ ਨਹੀਂ ਪਏ, ਲੌਂਗ ਟਾਈਮ ਸਿਟਿੰਗ ਆ, ਜਿਹਦੇ ਕਰਕੇ ਤੁਹਾਨੂੰ ਪ੍ਰੋਬਲਮ ਆ ਰਹੀ ਆ, ਇਹਦੇ ਕਰਕੇ ਦਿੱਕਤ ਆਉਂਦੀ ਆ। ਇਹ ਸਾਰੇ ਆਯੁਰਵੈਦਿਕ ਕਾਰਨ ਜਿਹੜੇ ਆਪਾਂ ਪੇਸ਼ੈਂਟ 'ਚ ਦੇਖੀਦੇ ਆ। ਉਸ ਤੋਂ ਬਾਅਦ ਆਪਾਂ ਦੇਖੀਦਾ ਪੇਸ਼ੈਂਟ ਨੂੰ ਪਿੱਤ ਦੁਸ਼ਟੀ, ਪੇਸ਼ੈਂਟ ਦੇ ਵਿੱਚ ਪਿੱਤ ਦੁਸ਼ਟੀ ਆ, ਮਸਾਨੇ 'ਚ ਗਰਮੀ ਆ, ਲੀਵਰ ਪ੍ਰੋਪਰ ਵੇ ਨਾਲ ਕੰਮ ਨਹੀਂ ਕਰ ਰਿਹਾ, ਉਹਦੀ ਟ੍ਰੀਟਮੈਂਟ ਆਪਾਂ ਕਰੀਦੀ ਆ। ਜਿਹਦੇ ਨਾਲ ਕੀ ਖਾਣਾ ਵੀ ਪ੍ਰੋਪਰ ਡਾਈਜੈਸਟ ਨਹੀਂ ਹੋਏਗਾ ਤਾਂ ਤੁਹਾਨੂੰ ਜੇਕਰ ਰਾਤ ਨੂੰ ਤੁਸੀਂ ਖਾਣਾ ਖਾਂਦੇ ਹੋ, ਸਮਝੋ ਆਪਾਂ ਬੈੱਡ ਟਾਈਮ ਸਾਡਾ 10-10:30 ਵਜੇ ਦਾ ਆ ਤੇ ਆਪਾਂ 9:30 ਵਜੇ ਹੈਵੀ ਮੀਲ ਲੈ ਲਈ, ਹੈਵੀ ਮੀਲ ਦੇ ਵਿੱਚ ਬਰਗਰ ਖਾ ਲਿਆ, ਪੀਜ਼ਾ ਖਾ ਲਿਆ, ਪਾਸਤਾ ਖਾ ਲਿਆ, ਨੂਡਲਸ ਖਾ ਲਏ, ਫਿਰ ਡਰਿੰਕ ਵੀ ਕਰ ਲਈ, ਤੇ ਉਹਨੂੰ ਆਪਾਂ ਨੂੰ ਪਚਣ ਲਈ ਕਿੰਨਾ ਟਾਈਮ ਲੱਗੇਗਾ? ਜੇ ਆਪਣਾ ਪੇਟ ਹੀ ਨਹੀਂ ਠੀਕ ਹੋਏਗਾ ਤੇ ਆਪਾਂ ਕਿੱਦਾਂ ਇੰਟਰਕੋਰਸ ਕਰ ਸਕਦੇ ਹਾਂ, ਕਿੱਦਾਂ ਗ੍ਰਸਤ ਜੀਵਨ ਜੀ ਸਕਦੇ ਹਾਂ? ਇਸ ਲਈ ਦੱਸਿਆ ਜਾਂਦਾ ਕਿ ਜਦੋਂ ਵੀ ਤੁਸੀਂ ਕੋਈ ਵੀ ਆਪਣੇ ਰਿਲੇਸ਼ਨ ਬਣਾਉਣਾ, ਉਸ ਤੋਂ 3 ਘੰਟੇ ਪਹਿਲਾਂ ਖਾਣਾ ਖਾ ਲਓ ਤਾਂ ਕਿ ਤੁਹਾਡਾ ਖਾਣਾ ਪ੍ਰੋਪਰ ਹਜਮ ਹੋ ਜਾਏ। ਉਸ ਤੋਂ ਬਾਅਦ ਤੁਸੀਂ ਆਪਣੇ ਬੈੱਡ ਟਾਈਮ ਤੇ ਜਾਓ। ਰਾਈਟ। ਸੋ ਇਹ ਨੇ ਜਿਹੜੇ ਮਾਡਰਨ ਰੀਜ਼ਨਸ ਨੇ, ਜਾਂ ਕਹਿ ਲਈਏ ਕਿ ਲਾਈਫ ਸਟਾਈਲ ਦੇ ਨਾਲ ਜੁੜੇ ਹੋਏ ਰੀਜ਼ਨਸ ਨੇ। ਤੇ ਜੇ ਆਯੁਰਵੈਦਿਕ ਰੀਜ਼ਨਸ ਦੀ ਗੱਲ ਕਰੀਏ ਤਾਂ ਉਹ ਕਿਹੜੇ-ਕਿਹੜੇ ਕਾਰਨ ਹੋਣਗੇ? ਆਯੁਰਵੈਦਿਕ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਪਿੱਤ ਦੁਸ਼ਟੀ ਹੋ ਗਈ, ਵੀਰਜ ਦੁਸ਼ਟੀ ਹੋ ਗਈ, ਉਸ ਤੋਂ ਬਾਅਦ ਪੈਦਾਇਸ਼ੀ ਹੋ ਗਈ, ਉਸ ਤੋਂ ਬਾਅਦ ਰੋਗ ਜਨਿਆ ਵਿਆਧੀ, ਮਤਲਬ ਤੁਹਾਨੂੰ ਕੋਈ ਪੁਰਾਣੀ ਬਿਮਾਰੀ ਲੱਗੀ ਆ, ਬੀਪੀ ਸ਼ੂਗਰ ਪੁਰਾਣੇ ਟਾਈਮ ਤੋਂ ਚੱਲਦਾ ਪਿਆ, ਉਹ ਹੋ ਗਿਆ। ਰਾਈਟ। ਇਹ ਸਾਰੇ ਆਯੁਰਵੈਦਿਕ ਐਸਪੈਕਟ ਆ ਜਿਸ ਹਿਸਾਬ ਦੇ ਨਾਲ ਅਸੀਂ ਟ੍ਰੀਟਮੈਂਟ ਕਰਦੇ। ਅੱਛਾ, ਇਹ ਜਿਹੜੀ ਤੁਸੀਂ ਬਿਮਾਰੀਆਂ ਦੱਸ ਰਹੇ ਹੋ, ਜਿਵੇਂ ਬੀਪੀ ਸ਼ੂਗਰ ਦੀ ਹੋ ਗਈ, ਜਾਂ ਬਲੱਡ ਪ੍ਰੈਸ਼ਰ ਤੇ ਅਸੀਂ ਬੋਲ ਲਿਆ, ਹਾਰਟ ਦੀ ਵੀ ਪ੍ਰੋਬਲਮ ਕਈਆਂ ਨੂੰ ਹੁੰਦੀ ਹੈ, ਸੋ ਬਲੱਡ ਦੇ ਨਾਲ ਹੀ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ,
ਇਹਨਾਂ ਦੀ ਜਿਹੜੀ ਦਵਾਈਆਂ ਹੁੰਦੀਆਂ ਨੇ, ਥਾਇਰਾਇਡ ਦੀ ਇੱਕ ਦਿੱਕਤ ਜਿਹੜੀ ਹੈ ਬੜੀ ਕਾਮਨ ਹੁੰਦੀ ਜਾ ਰਹੀ ਹੈ ਹੁਣ, ਇਹਨਾਂ ਦੀ ਜਿਹੜੀ ਦਵਾਈਆਂ ਹੁੰਦੀਆਂ ਉਹਨਾਂ ਦੇ ਸਾਈਡ ਇਫੈਕਟਸ ਦੇ ਨਾਲ ਵੀ ਇਹ ਫਰਕ ਪੈਂਦਾ? ਬਿਲਕੁਲ ਪੈਂਦਾ ਜੀ। ਤੁਸੀਂ ਕੋਲੇਸਟ੍ਰੋਲ ਦੀ ਕੋਈ ਮੈਡੀਸਨ ਲੈਂਦੇ ਹੋ, ਖੂਨ ਪਤਲਾ ਕਰਨ ਦੀ ਦਵਾਈ ਲੈਂਦੇ ਹੋ, ਤੁਸੀਂ ਬੀਪੀ ਦੀ ਗੋਲੀ ਲੈ ਰਹੇ ਹੋ, ਸ਼ੂਗਰ ਦੀ ਲੰਬਾ ਟਾਈਮ ਤੋਂ ਮੈਡੀਸਨ ਲੈ ਰਹੇ ਹੋ, ਇੰਗਲਿਸ਼ ਮੈਡੀਸਨਸ ਹੋ ਗਈਆਂ। ਇੱਕ ਆਪਾਂ ਦੇਖਿਆ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਇੱਦਾਂ ਦੀਆਂ ਮਿਲਦੀਆਂ ਜਿਹੜੀਆਂ ਕਿ ਕਾਮ ਇੱਛਾ ਵਧਾਉਣ ਲਈ ਯੂਜ਼ ਕਰਦੇ ਇੰਗਲਿਸ਼ ਮੈਡੀਸਨ। ਉਹ ਜਦੋਂ ਤੁਸੀਂ ਇੱਕ ਜਨਰੇਸ਼ਨ 20 ਸਾਲ ਦਾ ਮੁੰਡਾ ਉਹ ਖਾਂਦਾ ਤੇ ਆਉਣ ਵਾਲੇ 30 ਸਾਲ ਤੋਂ ਬਾਅਦ ਉਹਨੂੰ ਇਰੈਕਟਾਈਲ ਡਿਸਫੰਕਸ਼ਨ ਹੋਣਾ ਹੀ ਹੋਣਾ ਆ। ਅੱਛਾ, ਇਹ ਸਾਰੀਆਂ ਜਿਹੜੀਆਂ ਮੈਡੀਸਨਸ ਹੈਗੀਆਂ ਇਹ ਪ੍ਰੋਬਲਮ ਕ੍ਰੀਏਟ ਕਰਦੀਆਂ। ਉਹ ਡਿਪੈਂਡ ਕਰ ਲੈਂਦੀਆਂ ਨੇ ਆਪਣੇ ਉੱਪਰ ਹੀ, ਜਾਂ ਉਹਨਾਂ ਦਾ ਕੀ ਰਿਐਕਸ਼ਨ ਕੀ ਹੁੰਦਾ? ਉਹ ਡਿਪੈਂਡੈਂਸੀ ਹੁੰਦੀ ਆ। ਮਤਲਬ ਕਿ ਇੱਕ ਆਪਾਂ ਖੂਨ ਪਤਲਾ ਕਰਨ ਦੀ ਮੈਡੀਸਨ ਲੈਂਦੇ ਆ, ਉਹ ਉੱਥੇ ਦੀਆਂ ਜਿਹੜੀਆਂ ਨਸਾਂ ਆ ਉਹਨਾਂ ਨੂੰ ਕਮਜ਼ੋਰ ਕਰ ਦਿੰਦੀਆਂ, ਜਿਹਦੇ ਕਰਕੇ ਬਲੱਡ ਸਰਕੂਲੇਸ਼ਨ ਘਟ ਜਾਂਦਾ ਤੇ ਪ੍ਰੋਬਲਮ ਆ ਜਾਂਦੀ ਆ। ਸੋ ਫਿਊਚਰ ਦੇ ਵਿੱਚ ਤੁਸੀਂ ਪ੍ਰੋਬਲਮਸ ਨੂੰ ਨਾ ਫੇਸ ਕਰੋ, ਇਸ ਲਈ ਇਹ ਗੱਲਾਂ ਜਾਣਨੀਆਂ ਵੀ ਜ਼ਰੂਰੀ ਨੇ ਕਿ ਆਖਿਰਕਾਰ ਕਾਰਨ ਕੀ ਹੁੰਦੇ ਨੇ। ਤੇ ਜਿਵੇਂ ਕਿ ਵੈਦ ਸਾਹਿਬ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਡਾਇਗਨੋਸ ਕਰਵਾ ਕੇ ਹੀ ਮੈਡੀਸਿਨ ਲੈਣਾ ਜਿਹੜਾ ਹੈ ਉਹ ਵਾਜਬ ਤਰੀਕਾ ਹੈਗਾ। ਇਹ ਨਹੀਂ ਕਿ ਤੁਸੀਂ ਨੁਸਖੇ ਦੇਖ ਕੇ ਉਸ ਨੂੰ ਆਪਣੇ ਤਰੀਕੇ ਨਾਲ ਟਰਾਈ ਕਰ ਲਓ, ਕਿਉਂਕਿ ਜਦੋਂ ਇੱਕ ਪ੍ਰੋਬਲਮ ਹੁੰਦੀ ਹੈ ਬਾਡੀ ਟੂ ਬਾਡੀ ਡਿਪੈਂਡ ਕਰਦਾ ਹੈ ਕਿ ਕਿੰਨੀ ਪ੍ਰੋਬਲਮ ਹੈ ਤੇ ਐਗਜ਼ੈਕਟਲੀ ਕੀ ਹੈ। ਸੋ ਇੱਕ ਨਾਮ ਨੂੰ ਲੈ ਕੇ ਲੋਕੀ ਚੱਲ ਪੈਂਦੇ ਨੇ ਕਿ ਹਾਂ ਇੱਕ ਸਿਮਿਲਰਲੀ ਪ੍ਰੋਬਲਮ ਲੱਗ ਰਹੀ ਹੈ, ਪਰ ਜਿਵੇਂ ਕਿ ਤੁਸੀਂ ਦੱਸਿਆ ਕਿ ਉਹਦੇ ਵਿੱਚ ਵੀ ਅਲੱਗ-ਅਲੱਗ ਸਟੇਜਸ ਨੇ। ਤੇ ਕਿੱਥੇ ਜਾ ਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੋਪ ਛੱਡ ਦਈਏ, ਜਾਂ ਫਿਰ ਹਰ ਸਟੇਜ ਦੇ ਉੱਤੇ ਇੱਕ ਹੋਪ ਹੈਗੀ ਹੈ? ਦੇਖੋ, ਜੇ ਪੇਸ਼ੈਂਟ ਪ੍ਰੋਪਰ ਵੇ ਨਾਲ ਟ੍ਰੀਟਮੈਂਟ ਕਰਵਾਉਂਦਾ ਹੈ, ਪੇਸ਼ੈਂਟ ਪ੍ਰੋਪਰ ਵੇ ਨਾਲ ਡਾਇਗਨੋਸ ਕਰਵਾਉਂਦਾ ਤੇ ਹਰ ਸਟੇਜ ਤੇ ਹੋਪ ਹੈਗੀ ਆ ਕਿ ਪੇਸ਼ੈਂਟ ਠੀਕ ਹੋਏਗਾ। ਆਪਾਂ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਅਸੀਂ ਉਹਨੂੰ ਕਹੀਦਾ ਪਹਿਲਾਂ ਤੁਸੀਂ ਆਪਣੇ ਟੈਸਟ ਕਰਵਾਓ। ਟੈਸਟ ਕੀ ਹੋਏਗਾ? ਤੁਸੀਂ ਵਿਟਾਮਿਨ ਡੀ ਦਾ ਟੈਸਟ ਕਰਵਾਓ, ਤੁਸੀਂ ਆਪਣਾ ਹਾਰਮੋਨਸ ਟੈਸਟ ਕਰਾਓ, ਜਿਹਦੇ ਵਿੱਚ ਟੈਸਟੋਸਟੋਨ ਹਾਰਮੋਨ ਹੋ ਜਾਏਗਾ, ਪ੍ਰੋਲੈਕਟਿਨ ਹਾਰਮੋਨ ਹੋ ਜਾਏਗਾ, ਕੋਲੇਸਟ੍ਰੋਲ ਟੈਸਟ ਕਰਵਾਓ, ਤੁਸੀਂ ਆਪਣਾ HbA1c ਟੈਸਟ ਕਰਵਾਓ। ਆਹ ਸਾਰੇ ਟੈਸਟ ਕਰਵਾਉਣ ਤੋਂ ਬਾਅਦ ਤੁਹਾਡੀ ਸਾਰੀ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ, ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਤੁਹਾਨੂੰ ਆਏਗੀ। ਇਹ ਜਿਹੜੇ ਡਾਇਗਨੋਸ ਹੋਏਗਾ, ਇਹ ਡਾਇਗਨੋਸ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ, ਕਿੱਦਾਂ ਆਉਂਦੀ ਆ, ਇਹਦੀ ਪੂਰੀ ਜਿਹੜੀ ਰਿਪੋਰਟ ਸਾਡੇ ਕੋਲ ਆਏਗੀ। ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੁਹਾਡਾ ਵਿਟਾਮਿਨ ਡੀ ਘੱਟ ਆ, ਤੁਹਾਡੇ ਕੋਲੇਸਟ੍ਰੋਲ ਹਾਈ ਆ, ਤੁਹਾਡਾ ਸ਼ੂਗਰ ਲੈਵਲ ਕਿੰਨਾ ਆ, ਤੁਹਾਡੀ ਬੀਪੀ ਦੀ ਜਿਹੜੀ ਹਿਸਟਰੀ ਲਿੱਤੀ ਜਾਊਗੀ ਸਾਰੀ, ਕਿ ਬੀਪੀ ਤੁਹਾਡਾ ਕਿੰਨਾ ਰਹਿੰਦਾ ਸੀ ਪਹਿਲਾਂ, ਬੀਪੀ ਕੰਟਰੋਲ ਕਿੱਦਾਂ ਹੋਏਗਾ, ਤੁਹਾਡਾ ਲਾਈਫ ਸਟਾਈਲ ਚੇਂਜ ਕਰਨਾ ਪਏਗਾ। ਉਹ ਸਾਰਾ ਕੁਝ ਕਰਨ ਤੋਂ ਬਾਅਦ ਅਸੀਂ ਆਯੁਰਵੈਦਿਕ ਟ੍ਰੀਟਮੈਂਟ ਤੁਹਾਡਾ ਸ਼ੁਰੂ ਕਰਾਂਗੇ ਜੀ। ਸੋ ਵੈਦ ਸਾਹਿਬ, ਇੱਕ ਚੀਜ਼, ਇਹ ਤੇ ਸਾਰੇ ਹੋ ਗਏ ਰੀਜ਼ਨਸ ਜਿਹੜੇ ਕਿ ਸਾਹਮਣੇ ਨਜ਼ਰ ਆਉਂਦੇ ਨੇ, ਪਰ ਕੀ ਇਸ ਦੇ ਵਿੱਚ ਇੱਕ ਵਹਿਮ ਜਾਂ ਫਿਰ ਇੱਕ ਗਲਤ ਧਾਰਨਾ ਕਿ ਇਹ, ਜਾਂ ਫਿਰ ਆਪਣੇ ਵਿੱਚ ਹੀ ਕੌਨਫੀਡੈਂਸ ਨਾ ਹੋਣਾ, ਕੀ ਇਹ ਵੀ ਇੱਕ ਮੁੱਖ ਕਾਰਨ ਬਣਦਾ ਹੈ ਕੁਝ ਲੋਕਾਂ ਲਈ? ਦੇਖੋ, ਜਿਹੜਾ ਪੇਸ਼ੈਂਟ ਨੂੰ ਵਹਿਮ ਆ, ਉਹਦਾ ਵਹਿਮ ਦੂਰ ਕਰਨ ਲਈ ਹੀ ਡਾਇਗਨੋਸਟਿਕ ਟੂਲਸ ਬਣੇ ਹੋਏ ਆ। ਜੇ ਪੇਸ਼ੈਂਟ ਨੂੰ ਲੱਗਦੀ ਕਿ ਮੈਨੂੰ ਪ੍ਰੋਬਲਮ ਆ, ਇੱਕ ਕਪਲ ਲੱਗਦਾ ਕਿ ਮੇਰੇ ਹਸਬੰਡ ਦੇ ਵਿੱਚ ਪ੍ਰੋਬਲਮ ਆ, ਉਹ ਮੈਨੂੰ ਆ ਕੇ ਮਿਲੇ, ਮੈਂ ਉਹਦਾ ਵਹਿਮ ਵੀ ਦੂਰ ਕਰੂੰਗਾ, ਉਹਦੀ ਬਿਮਾਰੀ ਵੀ ਦੂਰ ਕਰੂੰਗਾ, ਉਹ ਤਾਂ ਕਿ ਉਹ ਆਪਣੀ ਮੈਰਿਡ ਲਾਈਫ ਬਿਲਕੁਲ ਅੱਛੀ ਤਰ੍ਹਾਂ ਜੀ ਸਕਦੇ ਹੋਣ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ, ਉਹਨੂੰ ਦੱਸਿਆ ਜਾਊਗਾ ਕਿ ਤੁਹਾਡੀ ਕਿਸ ਲੈਵਲ ਤੇ ਆ ਕੇ ਤੁਹਾਨੂੰ ਪ੍ਰੋਬਲਮ ਪੈ ਰਹੀ ਆ, ਉਹਦੀ ਹਿਸਟਰੀ ਲੈ ਕੇ ਪੇਸ਼ੈਂਟ ਦੀ, ਕਿ ਪੇਸ਼ੈਂਟ ਕਿਸ ਟਾਈਮ ਤੋਂ ਕੀ ਪ੍ਰੋਬਲਮ ਫੇਸ ਕਰ ਰਿਹਾ ਹੈ, ਕਪਲ ਨੂੰ ਕੀ ਦਿੱਕਤ ਆ ਰਹੀ ਆ, ਪੇਸ਼ੈਂਟ ਦੀ ਹਿਸਟਰੀ ਲਈ ਜਾਊਗੀ। ਪੇਸ਼ੈਂਟ ਕੋਈ ਡਰਗ ਐਡਿਕਟ ਤਾਂ ਨਹੀਂ ਸੀ, ਕੋਈ ਨਸ਼ਾ ਤਾਂ ਨਹੀਂ ਕਰਦਾ ਸੀਗਾ, ਪੇਸ਼ੈਂਟ ਨੂੰ ਕੋਈ ਸ਼ੂਗਰ ਦੀ ਪ੍ਰੋਬਲਮ ਤਾਂ ਨਹੀਂ ਹੈਗੀ, ਬੀਪੀ ਦੀ ਪ੍ਰੋਬਲਮ ਤਾਂ ਨਹੀਂ ਹੈਗੀ, ਬਚਪਨ ਦੀਆਂ ਗਲਤੀਆਂ ਕਰਕੇ ਤਾਂ ਨਹੀਂ ਕੋਈ ਪ੍ਰੋਬਲਮ ਆ ਗਈ। ਫਿਰ ਇਹਦੀ ਹਿਸਟਰੀ ਲੈ ਕੇ ਜੇ ਲੋੜ ਪਈ ਤਾਂ ਉਹਦੇ ਟੈਸਟ ਕਰਵਾਏ ਜਾਊਗੇ, ਟੈਸਟ ਕਰਵਾ ਕੇ ਪੇਸ਼ੈਂਟ ਨੂੰ ਦੱਸਿਆ ਜਾਊਗਾ, ਉਹਦੀ ਕਾਉਂਸਲਿੰਗ ਕੀਤੀ ਜਾਊਗੀ ਤੇ ਉਹਦਾ ਟ੍ਰੀਟਮੈਂਟ ਕੀਤਾ ਜਾਊਗਾ। ਰਾਈਟ। ਸੋ ਜਿਵੇਂ ਅਸੀਂ ਵਹਿਮ ਦੀ ਗੱਲ ਕਰ ਰਹੇ ਹਾਂ ਕਿ ਜਿਵੇਂ ਇੱਕ ਹਰ ਕਿਸੇ ਦੀ ਪਿਆਰ ਦੀ ਇੱਕ ਪਰਿਭਾਸ਼ਾ ਹੁੰਦੀ ਹੈ, ਇੰਗਲਿਸ਼ ਦੇ ਵਿੱਚ ਉਸ ਨੂੰ ਲਵ ਲੈਂਗੁਏਜ ਕਿਹਾ ਜਾਂਦਾ ਹੈ। ਸੋ ਕਈ ਵਾਰ ਕੀ ਇਹ ਵੀ ਇੱਕ ਕਾਰਨ ਬਣਦਾ ਹੈ ਕਿ ਹਾਂ ਹਸਬੈਂਡ ਵਾਈਫ ਦੇ ਵਿੱਚ ਰਿਲੇਸ਼ਨ ਵੈਸੇ ਤਣਾਅਪੂਰਨ ਚੱਲ ਰਿਹਾ ਹੋਵੇ, ਉਹਨਾਂ ਦੇ ਵਿੱਚ ਵੈਸੇ ਨਾ ਬਣਦੀ ਹੋਵੇ, ਤੇ ਫਿਰ ਇੱਕ ਵਹਿਮ ਪੈਦਾ ਹੋ ਜੇ ਕਿ ਇਹ ਪ੍ਰੋਬਲਮ ਆ ਗਈ ਹੈ, ਤੇ ਉਸ ਦਾ ਵੀ ਕਾਉਂਸਲਿੰਗ ਦੇ ਨਾਲ ਹੀ ਟ੍ਰੀਟਮੈਂਟ ਹੋ ਜਾਂਦਾ ਹੈ ਜਾਂ ਕੁਝ ਹੋਰ ਵੇ ਆਊਟ ਹੈ? ਬਿਲਕੁਲ ਹੁੰਦਾ ਆ। ਤੁਹਾਡੇ ਪਾਰਟਨਰ ਦੇ ਤੇ ਤੁਹਾਡੇ ਦੇ ਵਿੱਚ ਜਿੰਨੀ ਬੌਂਡਿੰਗ ਅੱਛੀ ਹੋਏਗੀ, ਜਿੰਨੀ ਲਵ ਅਟਰੈਕਸ਼ਨ ਅੱਛੀ ਹੋਏਗੀ, ਤਾਂ ਹੀ ਤੁਹਾਡੀ ਪ੍ਰੋਬਲਮ ਸਹੀ ਹੋ ਸਕਦੀ ਆ। ਤੁਹਾਨੂੰ ਸਮਝੋ ਤੁਹਾਡੇ ਹਸਬੰਡ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਮਨ ਮੁਟਾਵ ਚੱਲਦਾ ਪਿਆ ਤੇ ਤੁਹਾਡੇ ਦਿਮਾਗ ਦੇ ਵਿੱਚ ਉਹੀ ਘੁੰਮੀ ਜਾਏਗਾ ਸਾਰਾ ਦਿਨ ਦੇ ਵਿੱਚ, ਕੋਈ ਲੜਾਈ ਝਗੜਾ ਹੁੰਦਾ ਆ, ਤੁਹਾਡਾ ਕੋਈ ਲਾਸ ਹੋ ਗਿਆ, ਕੰਮ ਦੇ ਵਿੱਚ ਹੋ ਗਿਆ, ਕੋਈ ਤੁਹਾਡਾ ਪ੍ਰੋਫੈਸ਼ਨਲੀ ਤੁਹਾਨੂੰ ਕੋਈ ਟੈਨਸ਼ਨ ਦੇ ਰਿਹਾ ਆ, ਤੁਹਾਡਾ ਬੌਸ ਤੁਹਾਨੂੰ ਕਹਿ ਰਿਹਾ ਕਿ ਇੰਨਾ ਕੰਮ ਕਰਕੇ ਮੇਰੇ ਕੋਲ ਲੈ ਕੇ ਆਣਾ ਸਵੇਰ ਤੱਕ, ਉਹ ਸਟ੍ਰੈਸ ਜਿਹੜਾ ਤੁਹਾਡਾ ਸਾਰਾ ਰਹੇਗਾ, ਉਹ ਤੁਹਾਨੂੰ ਬਾਹਰ ਛੱਡ ਕੇ ਜਾਣਾ ਪਏਗਾ ਆਪਣੇ ਰੂਮ 'ਚ ਜਾਣ ਤੋਂ ਪਹਿਲਾਂ। ਜੇ ਤੁਸੀਂ ਇਹ ਚੀਜ਼ਾਂ ਸਾਰੀਆਂ ਛੱਡ ਕੇ ਜਾਓਗੇ, ਸਟ੍ਰੈਸ ਤੋਂ ਬਿਨਾਂ ਜਾਓਗੇ, ਕੌਨਫੀਡੈਂਸ ਲੈ ਕੇ ਜਾਓਗੇ, ਤੇ ਤੁਹਾਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਮੇਰੇ ਖਿਆਲ ਨਾਲ
ਇਰੈਕਟਾਈਲ ਡਿਸਫੰਕਸ਼ਨ ਹੁੰਦਾ ਕੀ ਹੈ, ਕਿਵੇਂ ਹੁੰਦਾ ਹੈ, ਕੀ ਕਾਰਨ ਹੁੰਦੇ ਨੇ, ਮਾਡਰਨ ਤਰੀਕੇ ਦੇ ਵੀ ਅਸੀਂ ਦੇਖ ਲਏ, ਆਯੁਰਵੈਦਿਕ ਰੀਜ਼ਨਸ ਵੀ ਦੇਖ ਲਏ, ਤੇ ਉਸ ਤੋਂ ਇਲਾਵਾ ਸਾਈਕੋਲੋਜੀਕਲੀ ਔਰ ਵਹਿਮ ਕਿੰਨਾ ਇਹਦੇ ਉੱਤੇ ਇਫੈਕਟ ਕਰਦਾ ਹੈ ਉਸ ਦੇ ਬਾਰੇ ਵੀ ਅਸੀਂ ਡਿਸਕਸ ਕੀਤਾ ਔਰ ਇੱਥੇ ਤੱਕ ਦੱਸਿਆ ਕਿ ਅਗਰ ਤੁਹਾਡੇ ਪਾਰਟਨਰ ਦੇ ਨਾਲ ਅੰਡਰਸਟੈਂਡਿੰਗ ਨਹੀਂ ਚੰਗੀ ਤਾਂ ਵੀ ਇਹ ਤੁਹਾਨੂੰ ਪ੍ਰੋਬਲਮ ਮਹਿਸੂਸ ਹੋ ਸਕਦੀ ਹੈ। ਸੋ ਉਹ ਮੇ ਬੀ ਤੁਹਾਡਾ ਇੱਕ ਵਹਿਮ ਹੋਵੇ ਜਾਂ ਫਿਰ ਉੱਥੇ ਇੱਕ ਰਿਲੇਸ਼ਨਸ਼ਿਪ ਦੇ ਉੱਤੇ ਵਰਕ ਕਰਨਾ ਜ਼ਿਆਦਾ ਜ਼ਰੂਰੀ ਹੋਵੇ। ਤੇ ਹੁਣ ਆਉਂਦੇ ਆ ਆਯੁਰਵੈਦਿਕ ਉਪਚਾਰ ਦੇ ਉੱਤੇ ਕਿ ਵੈਦ ਸਾਹਿਬ ਕਿਸ ਤਰੀਕੇ ਦੇ ਨਾਲ ਡਾਇਗਨੋਜ਼ ਹੋ ਗਿਆ ਕਿਸੇ ਦਾ ਔਰ ਕਿਸ ਤਰੀਕੇ ਦਾ ਟ੍ਰੀਟਮੈਂਟ ਜਿਹੜਾ ਹੈਗਾ ਡਿਫਰੈਂਟ ਜਾਂ ਕਾਮਨਲੀ ਕਿਸ ਤਰੀਕੇ ਨਾਲ ਉਹ ਕੀਤਾ ਜਾਂਦਾ। ਦੇਖੋ ਹੁਣ ਪੇਸ਼ੈਂਟ ਸਾਡੇ ਕੋਲ ਜਦੋਂ ਆ ਗਿਆ ਨਾ, ਅਸੀਂ ਉਹਨੂੰ ਸਭ ਤੋਂ ਪਹਿਲਾਂ ਇਹ ਕਹੀਦਾ ਕਿ ਤੁਹਾਡੀ ਲਿਬਿਡੋ ਕਿੱਦਾਂ ਦੀ ਹੈ, ਤੁਹਾਡੀ ਸੈਕਸੁਅਲ ਡਿਜ਼ਾਇਰ ਕਿੱਦਾਂ ਦੀ ਹੈ। ਉਹ ਕਹਿੰਦਾ ਕਿ ਪਹਿਲਾਂ ਮੈਂ ਸੋਚਦਾ ਸੀ ਮੈਨੂੰ ਇਰੈਕਸ਼ਨ ਆਉਂਦੀ ਸੀ, ਹੁਣ ਮੈਂ ਸੋਚਦਾ ਆ ਤੇ ਮੈਨੂੰ ਇਰੈਕਸ਼ਨ ਨਹੀਂ ਆਉਂਦੀ। ਮਤਲਬ ਉਹ ਲੈਂਗੁਏਜ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੇਸ਼ੈਂਟ ਦੀ ਕਿ ਪੇਸ਼ੈਂਟ ਸੋਚਦਾ ਕੀ ਹੈ, ਪੇਸ਼ੈਂਟ ਕਿਸ ਲੈਵਲ ਤੱਕ ਉਹਦਾ ਐਕਸਾਈਟਮੈਂਟ ਲੈਵਲ ਚਲਾ ਗਿਆ ਕਿ ਉਹ ਸੈਕਸੁਅਲ ਫੀਲਿੰਗਸ ਬਾਰੇ ਸੋਚਦਾ। ਅੱਛਾ, ਇਹ ਵੀ ਇੱਕ ਰੀਜ਼ਨ ਬਣਦਾ ਹੈ ਕਿ ਅਗਰ ਤੁਹਾਡਾ ਐਕਸਾਈਟਮੈਂਟ ਲੈਵਲ ਹੀ ਬਹੁਤ ਹਾਈ ਹੋ ਗਿਆ, ਬਹੁਤ ਜ਼ਿਆਦਾ, ਉਹ ਐਕਸਾਈਟਮੈਂਟ ਲੈਵਲ ਦੇਖੀਦਾ ਕਿ ਪੇਸ਼ੈਂਟ ਦਾ ਇੱਕ ਨਾਰਮਲ ਸੀ ਕਿ ਪੇਸ਼ੈਂਟ ਕਹਿੰਦਾ ਫੀਲਿੰਗ ਆਈ, ਸੋਚਿਆ ਤੇ ਇਰੈਕਸ਼ਨ ਆ ਗਈ। ਇੱਕ ਬੰਦਾ ਇਕੱਲਾ ਬੈਠਾ ਆ, ਉਹ ਸਾਰਾ ਦਿਨ ਮੂਵੀਜ਼ ਵਗੈਰਾ ਦੇਖ ਰਿਹਾ ਆ, ਠੀਕ ਆ, ਉਹਨੂੰ ਉਸ ਲੈਵਲ ਤੱਕ ਉਹ ਚੀਜ਼ਾਂ ਦੇਖ ਚੁੱਕਾ ਕਿ ਸੈਕਸੁਅਲ ਫੀਲਿੰਗਸ ਦੇਖ ਚੁੱਕਾ, ਉਹਦੀ ਕਾਉਂਸਲਿੰਗ ਤੋਂ ਸਾਨੂੰ ਪਤਾ ਲੱਗਦਾ। ਉਹ ਤੋਂ ਵੀ ਅਸੀਂ ਦੇਖੀਦਾ ਕਿ ਪੇਸ਼ੈਂਟ ਨੂੰ ਕਿੰਨੀ ਕੁ ਮੈਡੀਸਨ ਦੀ ਕਿੰਨੀ ਕੁ ਡੋਜ਼ ਦੇਣੀ ਪਏਗੀ ਪੇਸ਼ੈਂਟ ਨੂੰ, ਠੀਕ ਆ ਜੀ। ਉਹ ਕੀ ਹੋਏਗਾ, ਇੱਕ ਨੂੰ ਟੱਚ ਦੇ ਨਾਲ ਸਟਿਮੂਲਸ ਆ ਜਾਂਦਾ, ਇਰੈਕਸ਼ਨ ਆ ਜਾਂਦਾ, ਇੱਕ ਨੂੰ ਸੋਚਣ ਨਾਲ ਆ ਜਾਂਦਾ। ਹੁਣ ਜੇ ਉਹ ਸੋਚਦਾ ਪਿਆ ਕਿ ਡਾਕਟਰ ਸਾਹਿਬ ਮੈਨੂੰ ਸਿਰਫ ਇਹੀ ਪ੍ਰੋਬਲਮ ਆ ਕਿ ਅੱਗੇ ਮੈਂ ਸੋਚਦਾ ਸੀ ਤੇ ਮੈਨੂੰ ਇਰੈਕਸ਼ਨ ਆ ਜਾਂਦਾ ਸੀ, ਹੁਣ ਮੈਂ ਸੋਚਦਾ ਤੇ ਮੈਨੂੰ ਇਰੈਕਸ਼ਨ ਨਹੀਂ ਆਉਂਦਾ, ਬਟ ਫਿਰ ਉਹਦੇ ਆਪਾਂ ਹਾਰਮੋਨਸ ਟੈਸਟ ਕਰਵਾਈਦੇ ਆ ਕਿ ਉਹਦੇ ਬ੍ਰੇਨ ਦੇ ਵਿੱਚ ਕਿੰਨੀ ਕੁ ਪੋਟੈਂਸੀ ਤੋਂ ਇਹ ਪ੍ਰੋਬਲਮ ਆਉਂਦੀ ਪਈ ਆ। ਉਹਦਾ ਪ੍ਰੋਲੈਕਟਿਨ ਦਾ ਟੈਸਟ ਕਰਵਾਓ, ਟੈਸਟੋਸਟੇਰੋਨ ਕਰਵਾਓ, FSH ਹਾਰਮੋਨਸ ਚੈੱਕ ਕਰਵਾਓ ਉਹਦੇ, ਉਹ ਤੋਂ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਪੇਸ਼ੈਂਟ ਦੀ ਕੀ ਪ੍ਰੋਬਲਮ ਆ। ਹੋਰ ਆਯੁਰਵੇਦ ਢੰਗ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਪੇਸ਼ੈਂਟ ਦੀ ਆਪਾਂ ਹਿਸਟਰੀ ਲਈਦੀ ਕਿ ਉਹਨੇ ਕੋਈ ਬਚਪਨ ਦੀਆਂ ਗਲਤੀਆਂ ਤਾਂ ਨਹੀਂ ਕੀਤੀਆਂ, ਕੋਈ ਜ਼ਿਆਦਾ ਗਲਤ ਸੰਗਤ 'ਚ ਤਾਂ ਨਹੀਂ ਰਿਹਾ, ਕੋਈ ਉਹੀ ਮੈਂ ਦੱਸਿਆ ਕਿ ਵੀਰਜ ਦੁਸ਼ਟੀ ਜਿਹੜੀ ਆਪਾਂ ਆਪਣੇ ਵੀਰਜ ਦਾ ਘਾਣ ਕਰ ਰਹੇ ਆ ਜਿਹਨੂੰ ਕਹਿ ਦਈਏ ਪੰਜਾਬੀ 'ਚ, ਉਹ ਤਾਂ ਨਹੀਂ ਜ਼ਿਆਦਾ ਕੀਤਾ ਕਿ ਜਿਹਦੇ ਕਰਕੇ ਉਹਨੂੰ ਪ੍ਰੋਬਲਮਸ ਆ ਰਹੀ ਹੈ। ਇਹ ਸਾਰੀਆਂ ਚੀਜ਼ਾਂ ਦੇਖਦੇ ਆ। ਰਾਈਟ। ਸੋ ਵੈਦ ਸਾਹਿਬ, ਇਹ ਤੇ ਸਾਰਾ ਹੋ ਗਿਆ ਕਿ ਆਯੁਰਵੇਦ ਦਾ ਉਪਚਾਰ ਕਿਵੇਂ ਹੋਏਗਾ ਔਰ ਇਹ ਵੀ ਤੁਸੀਂ ਗੱਲ ਕਲੀਅਰ ਕਰਦੀ ਕਿ ਡਾਇਗਨੋਜ਼ ਕਰਕੇ ਹੀ ਜਿਹੜਾ ਤੁਸੀਂ ਮੈਡੀਸਿਨ ਪ੍ਰੋਵਾਈਡ ਕਰਦੇ ਹੋ। ਸੋ ਫਿਰ ਵੀ ਮੈਂ ਇਹ ਚਾਹਾਂਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਕਿ ਇੱਕ ਹੈਲਦੀ ਲਾਈਫਸਟਾਈਲ ਕਿਵੇਂ ਜੀ ਸਕਦੇ ਨੇ ਜਾਂ ਫਿਰ ਆਪਣੇ ਲੈਵਲ ਤੇ ਜਦੋਂ ਤੱਕ ਤੁਹਾਡੇ ਕੋਲ ਨਹੀਂ ਪਹੁੰਚਦੇ ਉਦੋਂ ਤੱਕ ਉਹ ਆਪਣਾ ਖਿਆਲ ਕਿਵੇਂ ਰੱਖ ਸਕਦੇ ਆ। ਪਰ ਉਸ ਦੇ ਨਾਲ ਇਹ ਵੀ ਜਾਣਨਾ ਚਾਹਾਂਗਾ ਕਿ ਜਿਵੇਂ ਵਿਦੇਸ਼ਾਂ ਦੇ ਵਿੱਚ ਦਰਸ਼ਕ ਸਾਨੂੰ ਦੇਖ ਰਹੇ ਨੇ, ਸੋ ਅਗਰ ਉਹ ਤੁਹਾਡੇ ਕੋਲ ਡਾਇਗਨੋਜ਼ ਦੇ ਲਈ ਇੱਥੇ ਪੋਸੀਬਲ ਅਗਰ ਨਹੀਂ ਹੁੰਦਾ ਪਹੁੰਚਣਾ, ਸੋ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਤੁਸੀਂ ਇਨ ਟੱਚ ਹੋ ਕੇ ਉਹਨਾਂ ਦਾ ਡਾਇਗਨੋਜ਼ ਕਰ ਸਕਦੇ ਹੋ ਔਰ ਕਿਸ ਤਰੀਕੇ ਨਾਲ ਉਹਨਾਂ ਤੱਕ ਦਵਾਈ ਜਿਹੜੀ ਪਹੁੰਚਾ ਸਕਦੇ ਹੋ। ਜਿਹੜੇ ਤਾਂ ਪੇਸ਼ੈਂਟ ਸਾਡੇ ਇੰਡੀਆ ਦੇ ਵਿੱਚ ਆ ਉਹ ਮੈਨੂੰ ਆ ਕੇ ਵੀ ਮਿਲ ਸਕਦੇ ਆ, ਜਿਹੜੇ ਨਹੀਂ ਆ ਸਕਦੇ ਉਹ ਮੇਰੇ ਨਾਲ WhatsApp ਤੇ ਵੀਡੀਓ ਕਾਲਿੰਗ ਤੇ ਆਪਣੀ ਸਾਰੀ ਪ੍ਰੋਬਲਮ ਡਿਸਕਸ ਕਰ ਸਕਦੇ ਆ। ਮੈਂ ਉਹਨੂੰ ਦੱਸੂਗਾ ਕਿ ਕਿਹੜੇ ਤੁਹਾਨੂੰ ਟੈਸਟ ਕਰਵਾਉਣੇ ਪੈਣੇ, ਉਹ ਕਰਵਾ ਕੇ ਮੇਰੇ ਨਾਲ WhatsApp ਤੇ ਮੈਨੂੰ ਦੱਸਣ ਕੀ ਦਿੱਕਤ ਆ, ਜੋ ਸਾਰਾ ਕੁਝ ਦੱਸਣ, ਮੈਂ ਉਸ ਹਿਸਾਬ ਨਾਲ ਉਹਨਾਂ ਨੂੰ ਦੱਸੂਗਾ ਕੀ ਕਰਨਾ ਪਏਗਾ। ਇਹੀ ਚੱਲਦੀ ਆ ਕਿ ਫੋਰਨ ਦੇ ਵਿੱਚ ਵੀ ਅੱਜ ਕੱਲ ਸੋਸ਼ਲ ਹੋ ਗਿਆ ਸਾਰਾ ਕੁਝ ਤੇ ਸੋਸ਼ਲ ਪੈਟਰਨਸ ਆਪਣੇ ਕੋਲ ਕਾਫੀ ਹੈਗੇ ਆ। ਤੁਸੀਂ WhatsApp ਤੇ ਮੇਰੇ ਨਾਲ ਗੱਲ ਕਰ ਸਕਦੇ ਹੋ, ਵੀਡੀਓ ਕਾਲ ਤੇ ਮੈਨੂੰ ਦੱਸ ਸਕਦੇ ਹੋ। ਤੇ ਸਾਡੀ ਜਿਹੜੀ ਮੈਡੀਸਨ ਆ ਆਯੁਰਵੈਦਿਕ ਮੈਡੀਸਨ ਆ, ਪ੍ਰੋਪਰ ਮੈਂ BMS ਡਾਕਟਰ ਆ, ਸਾਡੇ ਕੋਲ ਪ੍ਰੋਪਰ ਡਿਗਰੀ ਹੈਗੀ ਆ ਸਾਰੀ। ਅਸੀਂ ਬਿਲਿੰਗ ਵਗੈਰਾ ਲਗਾ ਕੇ ਮੈਡੀਸਨ ਫੋਰਨ ਕੰਟਰੀਜ਼ ਦੇ ਵਿੱਚ ਭੇਜੀ ਆ। ਤੁਸੀਂ ਚਾਹੇ ਜਿਹੜੀ ਮਰਜ਼ੀ ਕੰਟਰੀ ਬੈਠੇ ਹੋਣ, USA, ਕੈਨੇਡਾ, ਆਸਟ੍ਰੇਲੀਆ, ਯੂਰਪ ਦੇ ਜਿੱਥੇ ਮਰਜ਼ੀ ਖੁੰਝੇ ਬੈਠੇ ਹੋ, ਅਸੀਂ ਉੱਥੇ ਮੈਡੀਸਨ ਤੁਹਾਨੂੰ ਪਹੁੰਚਦੀ ਕਰ ਦਵਾਂਗੇ ਜੀ। ਸੋ ਉਸ ਦੀ ਪੂਰੀ ਗਾਰੰਟੀ ਹੈ, ਕੁਆਲਿਟੀ ਐਂਡ ਆਲ ਪੈਰਾਮੀਟਰਸ। ਬਿਲਕੁਲ ਸਰ। ਆਹ ਦੇਖੋ, ਮੈਂ ਤੁਹਾਨੂੰ ਇੱਕ ਹੀ ਗੱਲ ਪਹਿਲਾਂ ਦੱਸੀ ਕਿ ਮੈਂ ਅੱਜ ਲੋਕਾਂ ਦੇ ਵਹਿਮ ਦੂਰ ਕਰਨੇ ਆ ਕਿ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਡੇਲੀ ਫੇਸ ਤੇ, ਕਿ ਲੋਕੀ ਕਹਿੰਦੇ ਕਿ ਅਸੀਂ ਮਰਦ ਤਾਂ ਹੋਈਏ ਪਰ ਜੇ ਮਰਦਾਨਾ ਕਮਜ਼ੋਰੀ ਪੈ ਗਈ ਕਿਸੇ ਨੂੰ ਦੱਸੀਏ ਨਾ। ਮੈਂ ਸਰ ਤੁਹਾਡਾ ਐਜ਼ ਅ ਫਰੈਂਡਲੀ ਇੱਕ ਟ੍ਰੀਟਮੈਂਟ ਕਰ ਰਿਹਾ, ਕਾਉਂਸਲਿੰਗ ਦੇ ਜਰੀਏ ਆਪਾਂ ਤੁਹਾਨੂੰ ਠੀਕ ਕਰਨਾ। ਮੈਡੀਸਨ ਦੀ ਲੋੜ ਆ, ਮੈਡੀਸਨ ਵੀ ਦੇਣੀ, ਲੋੜ ਪਊਗੀ ਤੁਹਾਨੂੰ ਇੰਜੈਕਸ਼ਨਸ ਦੀ ਤੇ ਉਹ ਵੀ ਦੱਸਾਂਗੇ। ਮਤਲਬ ਕਿ ਐਜ਼ ਅ ਫਰੈਂਡਲੀ ਤੁਸੀਂ ਮੇਰੇ ਨਾਲ ਗੱਲ ਕਰੋ, ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕੀ ਕਰਨਾ। ਹੁਣ ਮੈਂ ਤੁਹਾਡੇ ਮੂਹਰੇ ਇੰਨੀਆਂ ਕੁ ਮੈਡੀਸਿਨਸ ਰੱਖੀਆਂ ਹੋਈਆਂ, ਠੀਕ ਆ, ਇਹ ਇੱਕ ਨਾਰਮਲ ਸਪਲੀਮੈਂਟਸ ਆ। ਹੁਣ ਮੈਂ ਗੱਲ ਕਰੂੰਗਾ ਇਰੈਕਟਾਈਲ ਡਿਸਫੰਕਸ਼ਨ ਤੁਹਾਨੂੰ ਨਾ ਹੋਵੇ, ਕਿ ਕਦੀ ਵੀ ਨਾ ਹੋਵੇ, ਉਹਦੇ ਲਈ ਤੁਸੀਂ ਕੀ ਸਪਲੀਮੈਂਟਸ ਯੂਜ਼ ਕਰਨੇ ਆ, ਠੀਕ ਆ। ਉਹਦੇ ਲਈ ਸਭ ਤੋਂ ਪਹਿਲਾਂ ਟਾਈਮ ਆ ਗਿਆ ਕਿ ਤੁਸੀਂ ਨੋਟ ਕਰ ਲਓ ਕਾਪੀ ਪੈਨ ਲੈ ਕੇ, ਠੀਕ ਆ। ਉਹਦੇ ਲਈ ਸਪਲੀਮੈਂਟ ਕੀ ਆ ਕਿ ਤੁਸੀਂ 1 ਸਾਲ ਬਾਅਦ ਆਪਣਾ ਵਿਟਾਮਿਨ ਡੀ ਟੈਸਟ ਕਰਵਾਉਂਦੇ ਰਹਿਣਾ। ਅੱਛਾ, ਹਰ ਸਾਲ? ਹਾਂ, ਜੇ ਤੁਹਾਡਾ ਵਿਟਾਮਿਨ ਡੀ ਘਟਾਂ ਦਾ ਤੇ ਤੁਸੀਂ ਨੈਨੋ ਸ਼ਾਟਸ ਵਿਟਾਮਿਨ ਡੀ ਦੇ ਆਂਦੇ ਆ, ਉਹ ਲੈਣੇ ਆ ਵੀਕਲੀ ਜਾਂ 15 ਦਿਨ ਬਾਅਦ, ਠੀਕ ਹੈ। ਸੈਕਿੰਡ ਆਂਦਾ L-ਆਰਜਿਨਿਨ, ਇੱਕ ਸਪਲੀਮੈਂਟ ਆਂਦਾ L-ਆਰਜਿਨਿਨ। ਇਹਦੀ 500 mg ਤੋਂ ਲੈ ਕੇ 3 ਗ੍ਰਾਮ ਤੱਕ ਡੋਜ਼ ਹੁੰਦੀ ਆ, ਜਿਹੜੀ ਕਿ ਤੁਸੀਂ ਲੈ ਸਕਦੇ ਆ। ਜੇ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਹੈਗਾ ਆ, ਨਮਰਦੀ ਦੀ ਪ੍ਰੋਬਲਮ ਹੈਗੀ, ਫਿਰ ਤੁਸੀਂ ਲੈ ਸਕਦੇ ਹੋ, ਠੀਕ ਆ। ਫਿਰ ਤਾਂ ਜ਼ਰੂਰੀ ਆ, ਅਸੀਂ ਵੀ ਆਪਣੇ ਪੇਸ਼ੈਂਟਸ ਨੂੰ ਦਿੰਨੇ ਆ, ਪ੍ਰਿਸਕ੍ਰਾਈਬ ਕਰਦੇ ਆ, ਠੀਕ ਆ। ਥਰਡ ਆ ਗਿਆ ਫਿਸ਼ ਆਇਲ।
ਓਕੇ ਫਿਸ਼ ਆਇਲ ਬਹੁਤ ਅੱਛਾ ਕੰਮ ਕਰਦੀ ਆ ਕਿਉਂਕਿ ਇਹ ਚ ਓਮੇਗਾ 3 6 9 ਫੈਟੀ ਐਸਿਡਸ ਹੁੰਦੇ ਆ, ਸਾਡੇ ਹਾਰਟ ਲਈ ਵੀ ਬਹੁਤ ਜ਼ਿਆਦਾ ਅੱਛੀ ਆ। ਸੈਕਸ ਜਿਹੜਾ ਕਿ ਮਰਦਾਨਾ ਕਮਜ਼ੋਰੀ ਦੇ ਪੇਸ਼ੈਂਟ ਆ ਉਹੀ ਬੰਦਾ ਕਰ ਸਕਦਾ ਜਿਹਦਾ ਹਾਰਟ ਸਹੀ ਹੋਏਗਾ, ਲੀਵਰ ਸਹੀ ਹੋਊਗੀ, ਕਿਡਨੀ ਸਹੀ ਹੋਊਗੀ, ਬ੍ਰੇਨ ਸਹੀ ਹੋਊਗਾ ਜੀ। ਠੀਕ ਆ। ਉਹਦੇ ਲਈ ਕੀ ਆ 10 ਗਿਰੀਆਂ ਬਦਾਮ ਦੀਆਂ, 5 ਗਿਰੀਆਂ ਸੌਗੀ ਦੀਆਂ ਰਾਤ ਨੂੰ ਪਾਣੀ 'ਚ ਭਿਗੋ ਦਿਓ, ਸਵੇਰੇ ਉਹਨੂੰ ਛਿਲਕਾ ਲਾ ਕੇ ਸੌਗੀ ਲੈ ਕੇ ਨਾਲ ਤੁਸੀਂ ਅਖਰੋਟ ਤੇ ਅੰਜੀਰ ਵੀ ਰਾਤੀ ਭਿਗੋ ਦੇਣੀ। ਇਹ ਤੁਸੀਂ ਸਵੇਰੇ ਖਾਲੀ ਪੇਟ ਲੈਣੀ ਆ। ਓਕੇ। ਉਸ ਤੋਂ ਬਾਅਦ ਆਪਾਂ ਕਰਨੀ ਗੱਲ ਆਯੁਰਵੈਦਿਕ ਹਾਊਸ ਦੀ। ਆਯੁਰਵੈਦਿਕ ਹਾਊਸ ਦੇ ਵਿੱਚ ਜਿਹੜਾ ਟ੍ਰੀਟਮੈਂਟ ਆ ਬਹੁਤ ਅੱਛਾ ਟ੍ਰੀਟਮੈਂਟ ਆ। ਸਾਡੇ ਗੁਰੂਆਂ ਨੇ, ਸਾਡੇ ਆਚਾਰਿਆ ਚਰਕ ਜੀ ਨੇ ਬਹੁਤ ਅੱਛੇ ਗ੍ਰੰਥ ਲਿਖੇ ਆ ਜਿਹੜੀ ਅਸੀਂ ਸਟੱਡੀ ਕਰਕੇ ਆਏ ਆ। ਉਹਨਾਂ ਨੇ ਚਰਕ ਦੇ ਵਿੱਚ ਵਾਜੀਕਰਨ ਇੱਕ ਅਲੱਗ ਅਧਿਆਇ ਦੇ ਦਿੱਤਾ ਜਿਹਦੀ ਕਿ ਮੈਂ ਸਟੱਡੀ ਕਰਕੇ ਆਇਆ। ਮੈਂ ਉਹ 'ਚ ਦੱਸਣਾ ਚਾਹਨਾ ਕਿ ਆਹ ਮੈਡੀਸਿਨਸ ਜਿਹੜੀਆਂ ਦੱਸੀਆਂ ਆ, ਜੜੀ ਬੂਟੀਆਂ ਜਿਹੜੀਆਂ ਅਸੀਂ ਯੂਜ਼ ਕਰਦੇ ਆ, ਉਹਦੇ ਵਿੱਚ ਆ ਭਸਮਾਂ ਯੂਜ਼ ਕਰਦੇ ਆ ਜਿਹੜੀਆਂ ਯੂਜ਼ ਹੁੰਦੀਆਂ। ਜਿਹੜੇ ਪੇਸ਼ੈਂਟ ਨੂੰ ਸ਼ੂਗਰ ਦੀ ਪ੍ਰੋਬਲਮ ਆ, ਬੀਪੀ ਦੀ ਪ੍ਰੋਬਲਮ ਆ, ਉਹਦੀ ਹਿਸਟਰੀ ਲੈ ਕੇ ਜੋ ਉਹਦੀ ਰਿਕੁਆਇਰਮੈਂਟ ਆ ਮੈਡੀਸਿਨਸ ਦੀ ਉਹ ਯੂਜ਼ ਕੀਤੀ ਜਾਂਦੀ ਆ। ਉਹਦੇ 'ਚ ਅਸੀਂ ਜੇਕਰ ਪੇਸ਼ੈਂਟ ਨੂੰ ਜਿੰਨੀ ਕੁ ਪ੍ਰੋਬਲਮ ਆ ਉਸ ਹਿਸਾਬ ਨਾਲ ਚੱਲਦੇ ਆ। ਹੀਰਾ ਭਸਮ ਵੀ ਯੂਜ਼ ਹੁੰਦਾ ਆ। ਆਹ ਸ਼ਿਲਾਜੀਤ ਬਹੁਤ ਅੱਛੀ ਕੁਆਲਿਟੀ ਦੀ ਅਸੀਂ ਯੂਜ਼ ਕਰਦੇ ਆ, ਜਿਹੜਾ ਕਿ ਇੱਕ ਸ਼ਿਲਾਜੀਤ ਰਸਾਇਣ ਆ, ਅਸੀਂ ਡੇਲੀ ਵੀ ਯੂਜ਼ ਕਰ ਸਕਦੇ ਆ। ਜਿਹੜੇ ਪੇਸ਼ੈਂਟਸ ਦੇ ਵਿੱਚ ਬਹੁਤ ਜ਼ਿਆਦੀਆਂ ਦਰਦਾਂ ਰਹਿੰਦੀਆਂ, ਕਮਜ਼ੋਰੀ ਫੀਲ ਕਰਦਾ, ਉਹ ਸ਼ਿਲਾਜੀਤ ਨੂੰ ਡੇਲੀ ਵੀ ਯੂਜ਼ ਕਰ ਸਕਦਾ ਹੈ। ਸ਼ਿਲਾਜੀਤ ਨੂੰ ਅਸ਼ਵਗੰਧਾ ਦੇ ਨਾਲ ਯੂਜ਼ ਕਰ ਲਵੇ। ਉਸ ਤੋਂ ਬਾਅਦ ਅਬਰਕ ਭਸਮ ਹੋ ਗਿਆ, ਵੰਗ ਭਸਮ ਹੋ ਗਿਆ, ਚਾਂਦੀ ਭਸਮ ਹੋ ਗਿਆ। ਇੱਥੇ ਤੱਕ ਕਿ ਜਿਹੜੀਆਂ ਜੜੀ ਬੂਟੀਆਂ ਦੇ ਵਿੱਚ ਅਸੀਂ ਯੂਜ਼ ਕਰਦੇ ਆ, ਅਸ਼ਵਗੰਧਾ ਯੂਜ਼ ਕਰਦੇ ਆ, ਸਫੇਦ ਮੂਸਲੀ ਯੂਜ਼ ਕਰਦੇ ਆ, ਕੌਂਚ ਵੀ ਯੂਜ਼ ਕਰ ਸਕਦੇ ਆ। ਹੋਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਇਹ ਮੈਂ ਮੈਡੀਸਿਨਸ ਤੁਹਾਨੂੰ ਦਿਖਾਤੀਆਂ ਬਟ ਇਹ ਆਪਾਂ ਹਰ ਪੇਸ਼ੈਂਟ ਨੂੰ ਇੱਕੇ ਮੈਡੀਸਨ ਨਹੀਂ ਦੇ ਸਕਦੇ। ਹਰ ਪੇਸ਼ੈਂਟ ਦੀ ਅਲੱਗ-ਅਲੱਗ ਮੈਡੀਸਨ ਹੋਏਗੀ। ਚਾਂਦੀ ਭਸਮ ਜਿਹਨੂੰ ਲੋੜ ਆ ਉਹ ਚਾਂਦੀ ਭਸਮ ਦਿੱਤਾ ਜਾਏਗਾ, ਜਿਹਨੂੰ ਹੀਰਾ ਭਸਮ ਦੀ ਲੋੜ ਆ ਹੀਰਾ ਭਸਮ ਦਿੱਤਾ ਜਾਏਗਾ, ਜਿਹਨੂੰ 골ਡ ਭਸਮ ਦੀ ਲੋੜ ਆ 골ਡ ਭਸਮ ਦਿੱਤਾ ਜਾਏਗਾ, ਜਿਹਨੂੰ ਸ਼ਿਲਾਜੀਤ ਦੀ ਲੋੜ ਆ ਸ਼ਿਲਾਜੀਤ ਦਿੱਤੀ ਜਾਏਗੀ, ਜਿਹਨੂੰ ਜਿਹੜੀ ਭਸਮ ਦੀ ਲੋੜ ਆ ਉਹ ਦਿੱਤੀ ਜਾਏਗੀ। ਉਹਦੀ ਪ੍ਰੋਪਰ ਹਿਸਟਰੀ, ਡਾਇਗਨੋਸ, ਉਹਦੀ ਕਾਉਂਸਲਿੰਗ ਕਰਕੇ ਉਹਨੂੰ ਕੀ ਪ੍ਰੋਬਲਮ ਕਿੱਥੋਂ ਹੈਗੀ ਆ ਤਾਂ ਅਸੀਂ ਮੈਡੀਸਨ ਦਵਾਂਗੇ ਜੀ। ਔਰ ਬਿਨਾਂ ਜਾਣਕਾਰੀ ਤੋਂ ਅਗਰ ਕੋਈ ਲਿੰਦਾ ਹੈ ਪਹਿਲਾ ਤੇ ਪ੍ਰੋਬਲਮ ਇਹ ਆ ਸਕਦੀ ਹੈ ਕਿ ਉਸ ਨੂੰ ਕੋਈ ਫਰਕ ਨਹੀਂ ਪਏਗਾ ਜਾਂ ਫਿਰ ਕੋਈ ਨੁਕਸਾਨ ਵੀ ਹੁੰਦਾ ਹੈ, ਤਾਂ ਉਹ ਵੀ ਮੈਂ ਚਾਹਾਂਗਾ ਕਿ ਤੁਸੀਂ ਪੇਸ਼ੈਂਟ ਜਦੋਂ ਸਾਨੂੰ ਕਾਲਿੰਗ ਕਰਦਾ ਇੱਕ ਹੀ ਗੱਲ ਕਹਿ ਦਿੰਦਾ, ਡਾਕਟਰ ਸਾਹਿਬ ਮੈਂ ਪਿਛਲੇ 6 ਮਹੀਨੇ ਤੋਂ ਦਵਾਈ ਖਾਧੀ ਹੈ, ਖਾਧੀ ਗੂਗਲ ਤੋਂ ਆ ਜਾਂ ਖਾਧੀ YouTube ਦੇਖ ਕੇ ਆ, ਤੇ ਫੇਰ ਆਰਾਮ ਕਿੱਦਾਂ ਆਏਗਾ ਜਦ ਤੱਕ ਤੁਹਾਨੂੰ ਪਤਾ ਨਹੀਂ ਤੁਹਾਨੂੰ ਬਿਮਾਰੀ ਕੀ ਆ। ਤੁਸੀਂ ਆਪਣੀ ਬਿਮਾਰੀ ਦੇਖੋ ਤਾਂ ਹੀ ਤੁਸੀਂ ਠੀਕ ਹੋਵੋਗੇ, ਤੁਸੀਂ ਆਪਣਾ ਡਾਇਗਨੋਸ ਕਰਾਓ ਤਾਂ ਹੀ ਤੁਸੀਂ ਠੀਕ ਹੋਵੋਗੇ। ਸੋ ਤੁਹਾਡੇ ਨਾਲ ਕੰਟੈਕਟ ਕਰਨਾ ਜਿਹੜਾ ਹੈ ਵੈਦ ਸਾਹਿਬ ਨਾਲ ਬਹੁਤ ਈਜ਼ੀ ਹੈ। ਸਕਰੀਨ ਦੇ ਉੱਤੇ ਨੰਬਰ ਜਿਹੜੇ ਆ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਤੁਸੀਂ ਕਰ ਸਕਦੇ ਹੋ। ਔਰ ਤੁਸੀਂ ਅਗਰ ਫਗਵਾੜਾ ਆਉਂਦੇ ਹੋ ਤਾਂ ਬਹੁਤ ਈਜ਼ੀਲੀ ਜਿਹੜਾ ਨਾਈਆਂ ਵਾਲਾ ਚੌਂਕ ਹੈਗਾ ਉੱਥੇ ਪਹੁੰਚ ਸਕਦੇ ਹੋ। ਸੋ ਵੈਦ ਸਾਹਿਬ ਕੁਝ ਕਹਿਣਾ ਚਾਹੋ ਤਾਂ ਦਰਸ਼ਕਾਂ ਨੂੰ। ਜੇਕਰ ਪੇਸ਼ੈਂਟ ਨੇ ਮੇਰੇ ਕੋਲ ਆਣਾ ਆ ਤੇ ਫਗਵਾੜੇ ਨਾਈਆਂ ਵਾਲੇ ਚੌਂਕ 'ਚ ਮੇਰਾ ਕਲੀਨਿਕ ਆ, ਵਰਮਾ ਆਯੁਰਵੇਦਾ ਦੇ ਨਾਮ ਤੋਂ, ਪਿਛਲੇ 35 ਸਾਲ ਤੋਂ ਕਲੀਨਿਕ ਆ। ਮੇਰਾ ਨੰਬਰ ਹੈਗਾ 9815 66471, 9814 66471। ਮੈਂ ਹਰ ਰੋਜ਼ ਫਗਵਾੜੇ ਅਵੇਲੇਬਲ ਹੁੰਨਾ। ਸੋਮਵਾਰ ਤੇ ਬੁੱਧਵਾਰ ਮੈਂ ਹੁੰਨਾ ਲੁਧਿਆਣੇ, ਬਸਤੀ ਚੌਂਕ, ਰਾਹੋਂ ਰੋਡ, ਨੇੜੇ ਯੂਕੋ ਬੈਂਕ। ਤੁਸੀਂ ਮੈਨੂੰ ਫੋਨ ਤੇ ਕੰਟੈਕਟ ਕਰਕੇ ਜਦੋਂ ਮਰਜ਼ੀ ਮੇਰੇ ਨਾਲ ਸਲਾਹ ਵੀ ਲੈ ਸਕਦੇ ਹੋ, ਆ ਕੇ ਵੀ ਮਿਲ ਸਕਦੇ ਹੋ ਜੀ। ਔਰ ਟਾਈਮਿੰਗ ਕੀ ਹੁੰਦੀਆਂ ਨੇ ਤੁਹਾਡੀ ਅਵੇਲੇਬਿਲਿਟੀ? ਸਵੇਰੇ 9 ਤੋਂ 6। ਸਵੇਰੇ 9 ਤੋਂ 6 ਸ਼ਾਮ ਦੇ। ਤੇ ਇਸ ਤੋਂ ਇਲਾਵਾ ਅੱਜ ਕੱਲ ਤੇ ਡਿਜੀਟਲ ਦਾ ਜ਼ਮਾਨਾ ਹੈ ਤੇ WhatsApp ਦੇ ਉੱਤੇ ਤਾਂ ਤੁਸੀਂ 24 ਘੰਟੇ ਅਵੇਲੇਬਲ ਹੋ। ਨਹੀਂ ਮਤਲਬ ਮੈਸੇਜ ਤੇ ਡ੍ਰੌਪ ਹੋ ਸਕਦਾ। ਤੁਸੀਂ WhatsApp ਤੇ ਮੈਨੂੰ ਕਾਲਿੰਗ ਕਰੋ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ। ਅਦਰਵਾਈਜ਼ ਮੈਸੇਜ ਕਰ ਦਿਓ, ਤੁਸੀਂ ਮੈਸੇਜ ਕਰ ਦਿਓ, ਤੁਹਾਨੂੰ ਅਗਲੇ ਦਿਨ ਸਵੇਰੇ 7 ਵਜੇ ਤੋਂ ਬਾਅਦ ਬੈਕ ਕਾਲ ਆ ਜਾਏਗੀ, ਤੁਹਾਡੇ ਮੈਸੇਜ ਦਾ ਜਵਾਬ ਆ ਜਾਏਗਾ। ਕੀ ਬਾਤ ਹੈ। ਔਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਵੈਦ ਸਾਹਿਬ। ਤੁਸੀਂ ਬਹੁਤ ਡਿਟੇਲ ਦੇ ਵਿੱਚ ਦੱਸਿਆ। ਮੇਰੇ ਖਿਆਲ ਨਾਲ ਬਹੁਤ ਸਾਰੇ ਜਿਹੜੇ ਡਾਊਟ ਆਮ ਲੋਕਾਂ ਦੇ ਵਿੱਚ ਹੁੰਦੇ ਨੇ ਉਹ ਸਾਰੇ ਕਲੀਅਰ ਹੋ ਗਏ ਹੋਣਗੇ। ਤੇ ਜੇਕਰ ਫੇਰ ਵੀ ਕੋਈ ਡਾਊਟ ਰਹਿੰਦਾ ਹੈ, ਕੁਝ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਹੋ, ਤਾਂ ਨੰਬਰ ਵੈਦ ਸਾਹਿਬ ਨੇ ਦੱਸ ਵੀ ਦਿੱਤਾ ਹੈ, ਸਕਰੀਨ ਦੇ ਉੱਤੇ ਵੀ ਆ ਰਿਹਾ। ਸੋ ਇਸ ਨੰਬਰ ਦੇ ਉੱਤੇ ਇਹਨਾਂ ਦੇ ਨਾਮ ਦੇ ਨੀਚੇ ਬਿਲਕੁਲ ਨੰਬਰ ਲਿਖਿਆ ਹੋਇਆ ਹੈ, ਇਸ ਦੇ ਉੱਤੇ ਤੁਸੀਂ WhatsApp ਮੈਸੇਜ ਕਾਲ ਕਰ ਸਕਦੇ ਹੋ ਔਰ ਆਪਣੇ ਡਾਊਟਸ ਜਿਹੜੇ ਨੇ ਹੋਰ ਕਲੀਅਰ ਕਰ ਸਕਦੇ ਹੋ, ਟ੍ਰੀਟਮੈਂਟ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ, ਸਾਡੇ ਦਰਸ਼ਕਾਂ ਨਾਲ ਗੱਲ ਕਰਨ ਲਈ। ਥੈਂਕ ਯੂ। ਸੋ ਅਸੀਂ ਇਹੀ ਕਹਾਂਗੇ ਜੀ ਕਿ ਆਪਣੀ ਸਿਹਤ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਆਪਣੀ ਸਿਹਤ ਦਾ ਧਿਆਨ ਰੱਖੋ ਤੇ ਨਾਲ ਨਾਲ ਆਪਣਿਆਂ ਦਾ ਧਿਆਨ ਰੱਖੋ। ਔਰ ਜਦੋਂ ਵੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤਾਂ ਜ਼ਰੂਰ ਉਸ ਦੇ ਲਈ ਡਾਕਟਰ ਜਾਂ ਵੈਦ ਦੇ ਨਾਲ ਕੰਟੈਕਟ ਕਰੋ। ਔਰ ਨੁਸਖਿਆਂ ਦੇ ਨਾਲ ਕੰਮ ਚੱਲਦਾ ਜ਼ਰੂਰ ਹੈ, ਪਰ ਸਹੀ ਟ੍ਰੀਟਮੈਂਟ ਦੇ ਲਈ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਦਿੱਕਤ ਕੀ ਹੈ। ਸੋ ਉਸ ਦੇ ਲਈ ਕਰਵਾਉਣਾ ਜ਼ਰੂਰੀ ਹੈ। ਸੋ ਇੱਕ ਸਹੀ ਟ੍ਰੀਟਮੈਂਟ ਦੇ ਲਈ ਅਸੀਂ ਵੀ ਤੁਹਾਨੂੰ ਸੁਜੈਸਟ ਕਰਾਂਗੇ। ਸੋ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਸੋ ਅਗਲੇ ਐਪੀਸੋਡ ਦੇ ਵਿੱਚ ਮੁਲਾਕਾਤ ਹੋਏਗੀ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।